ਇਹ ਵੀਡੀਓ ਤੁਹਾਡੇ ਵਾਸਤੇ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਹੋ ਸਕਦਾ, ਤੁਹਾਡੇ ਰਿਸ਼ਤੇਦਾਰੀ ਦੇ ਵਿੱਚ, ਤੁਹਾਡੇ ਆਂਢ ਗੁਆਂਢ ਦੇ ਵਿੱਚ, ਤੁਹਾਡੇ ਚਾਹਣ ਵਾਲਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ। ਤੁਸੀਂ ਸ਼ੇਅਰ ਕਰ ਦੋਗੇ, ਹੋ ਸਕਦਾ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਦਵਾਈ ਮੰਗਾਈ ਤਾਂ ਜਦੋਂ ਫਰਕ ਪਊਗਾ ਤਾਂ ਕਿੰਨੀਆਂ ਦੁਆਵਾਂ ਤੁਹਾਨੂੰ ਦੇਣਗੇ, ਸਾਨੂੰ ਦੇਣਗੇ, ਤੁਸੀਂ ਸੋਚ ਨਹੀਂ ਸਕਦੇ। ਕਈ ਪੇਸ਼ੈਂਟ ਤਾਂ ਐਸੇ ਵੀ ਨੇ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲਾਂ ਨੇ ਜਵਾਬ ਦੇਤਾ ਕਿ ਭਾਜੀ ਇਹਨਾਂ ਦੀ ਬਿਮਾਰੀ ਦਾ ਇਲਾਜ ਨਹੀਂ ਹੁਣ ਹੋਣਾ, ਤੁਸੀਂ ਘਰੇ ਲੈ ਜਾਓ, ਸੇਵਾ ਕਰ ਲਓ। ਕਿਤੇ ਵੀ ਆਸ ਪੜੋਸ ਦੇ ਵਿੱਚ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਸ਼ੂਗਰ ਹੈ ਤੇ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦੇਤਾ ਉਹ ਇੱਥੇ ਆਉਂਦੇ ਨੇ ਤੇ ਕਹਿੰਦੇ ਆਉਂਦੇ ਸਟ੍ਰੈਚਰਾਂ ਤੇ ਪੈ ਕੇ ਨੇ, ਪਰ ਇੱਥੋਂ ਜਾਂਦੇ ਆਪ ਤੁਰ ਕੇ ਵਾਪਸ ਨੇ। ਐਲੋਪੈਥੀ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਹੈਗਾ। ਇਹ ਐਲੋਪੈਥੀ ਦੇ ਵਿੱਚ ਜਿੱਦਾਂ ਕੀ ਕਰਦੇ ਆ, ਰੀਡਿੰਗ ਦੇਖ ਲਓ, ਵੀ ਰੀਡਿੰਗ ਆ ਗਈ, ਮੰਨ ਲਓ 300 ਆ ਗਿਆ ਸ਼ੂਗਰ, ਉਹਨੂੰ ਗੋਲੀ ਦੇ ਦਿੱਤੀ, ਰੀਡਿੰਗ ਘੱਟ ਦਿਖਣ ਲੱਗ ਗਈ, ਸ਼ੂਗਰ ਤਾਂ ਅੰਦਰ ਹੈ, ਸ਼ੂਗਰ ਥੋੜਾ ਚਲੇਗੀ ਕਿਤੇ, ਰੀਡਿੰਗ ਘਟਾਤੀ, ਠੀਕ ਹੈ, ਉਹਦੇ ਨਾਲ ਬੰਦੇ ਨੂੰ ਲੱਗਣ ਲੱਗ ਗਿਆ ਵੀ ਮੇਰੀ ਸ਼ੂਗਰ ਘਟ ਗਈ। ਸ਼ੂਗਰ ਥੋੜਾ ਘਟਦੀ ਹੈ, ਉਹ ਰੀਡਿੰਗ ਘਟ ਜਾਂਦੀ ਹੈ। ਕਿ ਬੰਦੇ ਦੀ ਅੱਖ ਬਾਅਦ ਚ ਖੁੱਲਦੀ ਹੈ ਕਿ ਬੰਦੇ ਨੂੰ ਬੈੱਡ ਤੇ ਕਹਿੰਦੇ ਬੈੱਡ ਟੀ ਮਿਲਣੀ ਚਾਹੀਦੀ ਹੈ। ਸੁੱਤੇ ਉੱਠਦੇ ਕਹਿੰਦੇ ਵੀ ਉੱਠਦੇ ਸਾਰ ਬੰਦੇ ਦੇ ਹੱਥ ਦੇ ਵਿੱਚ ਕੱਪ ਪਾਣੀ ਦਾ ਨਾ ਹੋਵੇ, ਕੱਪ ਚਾਹ ਦਾ ਹੋਵੇ। ਇਹ ਹੁੰਦਾ, ਇਹ ਚਾਹ ਜਿਹੜੀ ਹੈ ਅਸਲ ਦੇ ਵਿੱਚ ਇਹ ਸ਼ੂਗਰ ਨੂੰ ਵਧਾਉਂਦੀ ਹੈ, ਮਾਰੂ ਹੈ ਕਿ ਚੰਗੀ ਹੈ ਚਾਹ ਸਿਹਤ ਵਾਸਤੇ? ਜ਼ਿਆਦਾਤਰ ਤਾਂ ਪਹਿਲਾਂ ਤਾਂ ਹੁਣ ਤੁਸੀਂ ਇਹੀ ਦੇਖ ਲਓ ਵੀ ਸਾਡੇ ਜਿੰਨਾ ਬਣਦਾ ਉਹਦੇ ਨਾਲੋਂ ਕਿਤੇ ਗੁਣਾ ਵੱਧ ਦੁੱਧ ਵਿਕ ਰਿਹਾ ਹੈ। ਕਿੱਥੋਂ ਆਉਂਦਾ ਦੁੱਧ? ਉਹ ਗਾਈਆਂ ਮੱਝਾਂ ਤਾਂ ਹੈ ਹੀ ਨਹੀਂ ਸਾਡੇ ਇੰਨੀਆਂ ਜਿੰਨਾ ਦੁੱਧ ਹੋ ਰਿਹਾ। ਇਸ ਕਰਕੇ ਇੱਕ ਤਾਂ ਡੁਪਲੀਕੇਟ ਹੁੰਦਾ ਦੁੱਧ ਇਹ, ਅਤੇ ਦੂਜੀ ਗੱਲ ਹੋ ਜਾਂਦੀ ਹੈ ਫਿਰ ਸ਼ੂਗਰ ਨਹੀਂ ਵਧਣਾ ਅਤੇ ਉਹਦੇ 'ਚ ਖਾਦਾਂ ਕਿੰਨੀਆਂ ਪਤਾ ਹੀ ਨਹੀਂ ਹੈ, ਕਿੰਨੇ ਪੈਸਟੀਸਾਈਡ ਅੱਜ ਕੱਲ੍ਹ ਤਾਂ ਦੇਖੋ ਖਾਣੇ ਜਿਹੜੇ ਡੰਗਰਾਂ ਲਈ ਪੱਠੇ ਬੀਜਦੇ ਉਹਦੇ 'ਤੇ ਸਪਰੇਹਾਂ ਕਿੰਨੀਆਂ ਹੁੰਦੀਆਂ, ਬਿਮਾਰੀਆਂ ਦਾ ਘਰ ਹੈ। ਥੋੜ੍ਹੇ ਦਿਨ ਪਹਿਲਾਂ ਇੱਕ ਬੱਚਾ ਆਇਆ ਸੀ, ਮੇਰੇ ਖਿਆਲ 10 ਸਾਲ ਦੀ ਉਮਰ ਹੋਊਗੀ ਉਹਦੀਆਂ ਐਨਕ ਲੱਗੀ ਹੋਈ ਸੀ ਬੜੀ ਮੋਟੀ, ਪਤਾ ਨਹੀਂ ਕਿੰਨਾ ਨੰਬਰ ਦੱਸ ਰਹੇ ਸੀ। ਉਹ ਆਏ ਤੇ ਅੱਖਾਂ ਲਈ ਉਹ ਆਏ ਸੀ ਪਹਿਲਾਂ, ਪਰ ਉਹ ਅਸਲੀ ਉਦੋਂ ਪਤਾ ਲੱਗਿਆ ਜਦੋਂ ਅਸੀਂ ਚੈੱਕ ਕਰਿਆ ਤਾਂ ਪਤਾ ਲੱਗਿਆ ਵੀ ਸ਼ੂਗਰ ਆ ਉਹਨੂੰ, ਵੀ ਇਹਦੇ ਕਰਕੇ ਉਹਨਾਂ ਦੀ ਅੱਖਾਂ ਵੀ ਇਸ ਕਰਕੇ ਆਈ ਸਾਈਡ ਵੀ ਵੀਕ ਹੋ ਗਈ। ਇਹਦੇ ਨਾਲ ਕਿਡਨੀਆਂ 'ਤੇ ਵੀ ਆਉਂਦੀ ਹੈ, ਹਾਂ, ਅਤੇ ਹਾਰਟ ਵੀ ਪ੍ਰੋਬਲਮ ਆਉਂਦੀ ਹੈ। ਜਾਣੀ ਕਿ ਤੁਸੀਂ ਇਹ ਦੇਖ ਲਓ ਵੀ ਕੋਈ ਚੀਜ਼ ਹੈ ਹੀ ਨਹੀਂ, ਹੱਡੀਆਂ ਤੱਕ ਖੁਰ ਜਾਂਦੀਆਂ ਸ਼ੂਗਰ ਕਾਰਨ, ਹੱਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਵੀ ਮਾੜਾ ਜਿਹਾ ਕਿਤੇ ਪੈਰ ਡਿੱਗਿਆ, ਤੁਸੀਂ ਅੱਜ ਕੱਲ੍ਹ ਸੁਣਦੇ ਹੀ ਆ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਮਾੜਾ ਪੈਰ ਸਲਿੱਪ ਕਰਿਆ ਹੱਡੀ ਟੁੱਟ ਜਾਂਦੀ ਹੈ। ਹਾਂ, ਉਹ ਇਹਨਾਂ ਕਾਰਨ ਆ। ਇਹ ਕੋਲੇ ਕੋਈ ਐਸਾ ਪੇਸ਼ੈਂਟ ਜਸਵੰਤ ਸਿੰਘ ਜੀ ਆਇਆ ਹੋਵੇ ਵੀ ਵੱਡੇ ਤੋਂ ਵੱਡੇ ਹਸਪਤਾਲਾਂ ਨੇ ਠੁਕਰਾਤਾ ਵੀ ਨਹੀਂ ਹੁਣ ਇਹਦੀ ਜਿਹੜੀ ਸ਼ੂਗਰ ਹੈ ਇਹ ਕੰਟਰੋਲ ਨਹੀਂ ਕੀਤੀ ਜਾ ਸਕਦੀ, ਜਾਂ ਪੁਰਾਣੀ ਤੋਂ ਪੁਰਾਣੀ 30 ਸਾਲ ਪੁਰਾਣੀ, 40 ਸਾਲ ਪੁਰਾਣੀ, 15 ਸਾਲ ਪੁਰਾਣੀ ਜਿਹੜੀ ਸ਼ੂਗਰ ਸੀ ਤੁਹਾਡੇ ਕੋਲ ਇੱਥੇ ਆਈ, ਦਵਾਈ ਲਈ, ਤੁਹਾਡਾ ਪੂਰਾ ਕੋਰਸ ਕੀਤਾ ਤੇ ਉਸ ਤੋਂ ਬਾਅਦ ਠੀਕ ਹੋ ਕੇ ਘਰੇ ਗਏ ਨੇ? ਹੈ ਪੇਸ਼ੈਂਟ ਇੱਦਾਂ? ਬਿਲਕੁਲ ਬਿਲਕੁਲ, ਸਾਡੇ ਕੋਲ ਅਸੀਂ ਸੈਂਕੜੇ ਕੇ ਹਜ਼ਾਰਾਂ ਪੇਸ਼ੈਂਟ ਠੀਕ ਕਰ ਚੁੱਕੇ ਹਾਂ ਅਸੀਂ। ਕਿੰਨੇ ਤੋਂ ਕਿੰਨੀ ਪੁਰਾਣੀ ਜਿਹੜੀ ਸ਼ੂਗਰ ਹੈ ਤੁਹਾਡੀ ਦਵਾਈ ਨਾਲ ਠੀਕ ਕੀਤੀ ਜਾ ਸਕਦੀ? ਕੋਈ ਗੱਲ ਜਿੰਨੀ ਮਰਜ਼ੀ ਪੁਰਾਣੀ ਹੋਵੇ, ਸਾਡਾ ਸਿਸਟਮ ਹੈ ਤੁਹਾਨੂੰ ਦੱਸਿਆ ਵੀ ਅਲੱਗ ਹੈ। ਅਸੀਂ ਸ਼ੂਗਰ ਹਟਾਉਣ ਵਾਸਤੇ ਦਵਾਈ ਥੋੜ੍ਹਾ ਦੇਣੀ ਹੈ, ਨਹੀਂ ਅਸੀਂ ਪੈਨਕ੍ਰੀਆਜ ਨੂੰ ਕੰਮ ਕਰਨਾ ਦੇਣ ਵਾਸਤੇ ਦਵਾਈ ਦੇਣੀ ਹੈ। ਸਾਡੇ ਕੋਲ ਭਸਮ ਵਾਲੀ ਦਵਾਈ ਵੀ ਹੈ ਜਿਹੜੀ ਜਾਣੀ ਕਿ ਜੇ ਜ਼ਿਆਦਾ ਪੁਰਾਣੀ ਸ਼ੂਗਰ ਹੈ ਉਹਦੇ ਲਈ ਅਸੀਂ ਭਸਮਾਂ ਵਰਤਦੇ ਹਾਂ। ਉਹਦੇ ਨਾਲ ਸੋਨਾ ਭਸਮ ਹੈ, ਅਬਰਕ ਭਸਮ ਹੈ, ਉਹਦੇ ਵਿੱਚ ਚਾਂਦੀ ਭਸਮ ਹੈ, ਅਤੇ ਇੱਦਾਂ ਕਾਪਰ ਭਸਮ, ਤਾਂਬੇ ਦੀ ਭਸਮ ਹੁੰਦੀ ਹੈ। ਇੱਦਾਂ ਬਹੁਤ ਭਸਮ ਹੈ ਜਿਹੜੀਆਂ ਅਸੀਂ ਉਹ ਪਾ ਕੇ ਉਹਦੇ ਨਾਲ ਦਵਾਈ ਬਣਾਉਂਦੇ ਹਾਂ। ਉਹਦੇ ਨਾਲ ਪੈਨਕ੍ਰੀਆਜ ਮੁੜ ਕੇ ਕੰਮ ਕਰਨ ਲੱਗ ਜਾਂਦਾ, ਸ਼ੂਗਰ ਦੀ ਪ੍ਰੋਬਲਮ ਹੀ ਨਹੀਂ ਰਹਿੰਦੀ। ਬਸ ਜੇ ਤੁਹਾਨੂੰ ਕੋਈ ਉੱਠ ਕੇ ਕੱਲ੍ਹ ਨੂੰ ਫੋਨ ਕਰਕੇ ਇਹ ਕਹਿ ਦੇਵੇ ਕਿ ਜੇ ਤੁਹਾਡੀ ਦਵਾਈ ਦੇ ਵਿੱਚ ਕੋਈ ਕੈਮੀਕਲ ਜਾਂ ਸਟੀਰੋਇਡ ਨਿਕਲਿਆ ਆ, ਫਿਰ ਹਰਜ਼ਾਨਾ ਕੌਣ ਭੁਗਤੂ? ਬਿਲਕੁਲ, ਅਸੀਂ ਬੈਠੇ ਹਾਂ, ਅਸੀਂ ਸਾਡੀ ਦਵਾਈ ਲਓ, ਤੁਸੀਂ ਚੈੱਕ ਕਰਾਓ, ਕਿਸੇ ਵੀ ਲੈਬੋਰਟਰੀ ਚੈੱਕ ਕਰਾ ਲਓ। ਸਾਡੀ ਦਵਾਈ ਅਮਰੀਕਾ, ਕੈਨੇਡਾ, ਸਾਈਪਰਸ ਅਤੇ ਆਸਟ੍ਰੇਲੀਆ, ਇਟਲੀ 'ਚ ਵੈਸੇ ਗਈ ਹੈ ਦਵਾਈ, ਉੱਥੇ ਕੋਰੀਅਰ ਨਹੀਂ ਜਾਂਦਾ। ਚਲੋ ਖੈਰ ਇਹ ਅਲੱਗ ਵਿਸ਼ਾ ਇੱਕ। ਕਿੰਨੇ ਹੀ ਕੰਟਰੀਆਂ ਜਿਨ੍ਹਾਂ ਦੇ ਵਿੱਚ ਸਾਡੀ ਦਵਾਈ ਜਾਂਦੀ ਹੈ, ਲਗਾਤਾਰ ਜਾਂਦੀ ਹੈ। ਜੇ ਸਾਡੀ ਦਵਾਈ ਦੇ ਵਿੱਚ ਕੋਈ ਇੱਦਾਂ ਦੀ ਗੱਲਬਾਤ ਹੋਵੇ, ਮਤਲਬ ਇਹ ਨਹੀਂ ਵੀ ਉੱਥੇ ਦਵਾਈ ਬਾਹਰ ਚਲੇ ਜਾਵੇ। ਇਸ ਕਰਕੇ ਅਸੀਂ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਵੀ ਜੇ ਕੋਈ ਸਾਡੀ ਦਵਾਈ 'ਚ ਸਾਬਤ ਕਰ ਦੇਵੇ ਵੀ ਇਹਦੇ ਵਿੱਚ ਸਟੀਰਾਇਡ ਹੈ ਜਾਂ ਕੋਈ ਨਸ਼ਾ ਹੈ ਜਾਂ ਕੋਈ ਇੱਦਾਂ ਦੀ ਗਲਤ ਚੀਜ਼ ਹੈ, ਤਾਂ ਅਸੀਂ ਬੈਠੇ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ। ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਅੱਜ ਜਦੋਂ ਦਾ ਇਨਸਾਨ ਪੈਸੇ ਦੀ ਭੱਜ ਨੱਟ ਪਿੱਛੇ ਪਿਆ ਆ ਨਾ, ਜੇ ਪੈਸਾ ਲੈ ਲਿਆ ਤਾਂ ਉਸ ਤੋਂ ਨਾਲ ਦੇ ਨਾਲ ਜੇ ਮੈਂ ਕਹਾਂ ਨਾ ਤਾਂ 100 ਬਿਮਾਰੀਆਂ ਵੀ ਨਾਲ ਲਾ ਲੀਆਂ। ਪੈਸੇ ਦੀ ਭੱਜ ਨੱਟ ਐਸੀ ਪੈ ਗਈ, ਜੇ ਫਲਾਣੇ ਗਵਾਂਢੀ ਨੇ ਕਹਿੰਦੇ ਗੱਡੀ ਲੈ ਲਈ ਤਾਂ ਅਗਲੇ ਹਫਤੇ ਇਹ ਟੈਨਸ਼ਨ ਪੈ ਜਾਂਦੀ ਹੈ ਕਿ ਅਸੀਂ ਉਸ ਤੋਂ ਵੱਡੀ ਗੱਡੀ ਲੈ ਕੇ ਆਉਣੀ ਹੈ। ਪਰ ਉਸ ਟਾਈਮ ਇੰਟਰਵਲ ਦੇ ਵਿੱਚ ਸਿਹਤ ਦਾ ਕਿੰਨਾ ਕੁ ਨੁਕਸਾਨ ਕਰਦੇ ਨੇ ਉਹ ਕਦੇ ਕੋਈ ਗੌਰ ਨਹੀਂ ਕਰਦਾ। ਮਾਨ ਸਾਹਿਬ ਦਾ ਗਾਣਾ ਸੀ ਨਾ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਪਰ ਅੱਜ ਕੱਲ੍ਹ ਲੋਕਾਂ ਵਾਸਤੇ ਸਭ ਤੋਂ ਪਹਿਲਾਂ ਪੈਸਾ ਜ਼ਰੂਰੀ ਹੈ। ਸਾਰੀ ਉਮਰ ਦੇ ਵਿੱਚ ਰੱਜ ਕੇ ਪੈਸਾ ਕਮਾਉਂਦੇ ਨੇ, ਤਾਂ ਜਦ ਇੱਕ ਐਸਾ ਟਾਈਮ ਆਉਂਦਾ ਕਿ ਉਸ ਪੈਸੇ ਨੂੰ ਖਰਚਣ ਦਾ ਵੇਲਾ ਆਉਂਦਾ ਤੇ ਉਹ ਸਾਰਾ ਪੈਸਾ ਖਰਚਾ ਤਾਂ ਜਾਂਦਾ, ਪਰ ਜਾਂਦਾ ਕਿੱਥੇ ਹੈ? ਵੱਡੀਆਂ ਵੱਡੀਆਂ ਬਿਮਾਰੀਆਂ ਤੇ, ਵੱਡੇ ਵੱਡੇ ਹਸਪਤਾਲਾਂ ਤੇ, ਵੱਡੇ ਵੱਡੇ ਆਪਰੇਸ਼ਨਾਂ ਤੇ। ਅੱਜ ਜਿਹੜੀ ਬਿਮਾਰੀ ਦੀ ਨਾਮੁਰਾਦ ਬਿਮਾਰੀ ਦੀ ਮੈਂ ਗੱਲ ਕਰਨ ਲੱਗਿਆ, ਵੈਸੇ ਤਾਂ ਕਹਿੰਦੇ ਬਿਮਾਰੀ ਨਹੀਂ, ਪਰ ਲੋਕਾਂ ਨੇ ਬਿਮਾਰੀ ਬਣਾ ਲਈ, ਸ਼ੂਗਰ। ਜੇ ਮੈਂ ਕਿਸੇ ਪਿੰਡ ਦੇ ਵਿੱਚ ਵੀ ਚੱਲ ਜਾਣਾ, ਅੱਜ ਕੱਲ੍ਹ ਤਾਂ ਸ਼ਹਿਰ ਦੀ ਗੱਲ ਛੱਡੋ, ਪਿੰਡ ਦੇ ਵਿੱਚ ਵੀ ਚੱਲ ਜਾਂ ਤਾਂ ਮੈਨੂੰ ਲੱਗਦਾ ਹੈ 70 ਤੋਂ 80% ਬੀਬੀਆਂ, ਬਜ਼ੁਰਗ ਔਰਤਾਂ, ਮੇਰੇ ਵਰਗੇ ਭਰਾ ਭੈਣ ਜਿਹੜੇ ਹੋਣਗੇ ਉਹ ਸਾਰੇ ਇਸ ਬਿਮਾਰੀ ਤੋਂ ਜੂਝ ਰਹੇ ਨੇ। 70-80% ਸ਼ਾਇਦ ਹੋ ਸਕਦਾ ਇਸ ਤੋਂ ਰੇਸ਼ੋ ਜਿਹੜੀ ਹੈ ਵੱਧ ਵੀ ਹੋਵੇ। ਪਰ ਇਸ ਦਾ ਇਲਾਜ ਕੀ ਹੈ? ਸ਼ੂਗਰ ਤੋਂ ਹਰ ਇੱਕ ਬੰਦਾ ਜੂਝ ਰਿਹਾ ਹੈ, ਪਤਾ ਨਹੀਂ ਕਿੰਨੇ ਕੁ ਗਰੇ ਖਾ ਲਏ। ਹਾਲਾਂਕਿ ਕਈ ਪੇਸ਼ੈਂਟ ਤਾਂ ਐਸੇ ਵੀ ਨੇ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲਾਂ ਨੇ ਜਵਾਬ ਦੇਤਾ ਕਿ ਭਾਜੀ ਇਹਨਾਂ ਦੀ ਬਿਮਾਰੀ ਦਾ ਇਲਾਜ ਨਹੀਂ ਹੁਣ ਹੋਣਾ, ਤੁਸੀਂ ਘਰੇ ਲੈ ਜਾਓ, ਸੇਵਾ ਕਰ ਲਓ। ਪਰ ਅੱਜ ਜਿਹੜੀ ਜਗ੍ਹਾ 'ਤੇ ਮੈਂ ਪਹੁੰਚਿਆ, ਦੁੱਖ ਨਿਵਾਰਨ ਦਵਾਖਾਨਾ, CU ਚੰਡੀਗੜ੍ਹ ਯੂਨੀਵਰਸਿਟੀ ਘੜੂਆ, ਉਹਦੇ ਬਿਲਕੁਲ ਨਾਲ ਪੈਂਦਾ, ਗੇਟ ਨੰਬਰ ਦੇ ਬਿਲਕੁਲ ਨਾਲ ਪੈਂਦਾ। ਤੁਸੀਂ ਇੱਥੇ ਆਏ ਹੋ, ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਤੁਹਾਡੀ ਮੁਲਾਕਾਤ ਵੈਦ ਜਸਵੰਤ ਸਿੰਘ ਜੀ ਨਾਲ ਕਰਾਵਾਂਗੇ, ਜਿਨ੍ਹਾਂ ਨੇ ਉਹ ਫਾਰਮੂਲਾ ਕੱਢਿਆ ਕਿ ਜਿਨ੍ਹਾਂ ਦੀ ਪੁਰਾਣੀ ਤੋਂ ਪੁਰਾਣੀ ਸ਼ੂਗਰ ਵੀ ਜੇ ਤੁਹਾਨੂੰ ਹੈਗੀ ਹੈ, ਤੁਹਾਡੇ ਬੱਚੇ ਨੂੰ, ਤੁਹਾਡੇ ਬਜ਼ੁਰਗਾਂ ਨੂੰ, ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ, ਕਿਤੇ ਵੀ ਆਸ ਪੜੋਸ ਦੇ ਵਿੱਚ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਸ਼ੂਗਰ ਹੈ ਤੇ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦੇਤਾ, ਉਹ ਇੱਥੇ ਆਉਂਦੇ ਨੇ ਤੇ ਕਹਿੰਦੇ ਆਉਂਦੇ ਸਟ੍ਰੈਚਰਾਂ ਤੇ ਪੈ ਕੇ ਨੇ, ਪਰ ਇੱਥੋਂ ਜਾਂਦੇ ਆਪ ਤੁਰ ਕੇ ਵਾਪਸ ਨੇ। ਵੈਦ ਜਸਵੰਤ ਸਿੰਘ ਜੀ ਸਾਡੇ ਨਾਲ ਨੇ। ਭਾਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਹੈ? ਬਹੁਤ ਵਧੀਆ ਜੀ, ਕਿਰਪਾ ਮਹਾਰਾਜ ਦੀ, ਚੜ੍ਹਦੀ ਕਲਾ ਜੀ। ਅੱਛਾ ਜਸਵੰਤ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੋਊਗਾ ਵੀ ਅੱਜ ਕੱਲ੍ਹ ਜਿਵੇਂ ਕਿ ਲੋਕ, ਮੈਂ ਪਿੰਡਾਂ ਦੇ ਵਿੱਚ ਵੀ ਚਲ ਜਾ ਤਾਂ 70-80% ਸ਼ਾਇਦ ਇਸ ਤੋਂ ਰੇਸ਼ੋ ਵੱਧ ਵੀ ਹੋਵੇ। ਲੋਕਾਂ ਦੇ ਵਿੱਚ ਕੀ ਬੱਚਿਆਂ ਦੇ, ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਜਿਹੜੀ ਹੈ ਸ਼ੂਗਰ ਪਾਈ ਜਾ ਰਹੀ ਹੈ। ਤੁਸੀਂ ਕੀ ਮੰਨਦੇ ਹੋ ਵੀ ਪਿੰਡਾਂ ਦੇ ਵਿੱਚ ਵੀ ਇਹ ਬਿਮਾਰੀ ਘਰ ਕਰ ਗਈ? ਵੀ ਕਾਰਨ ਕੀ ਹੈ ਇਸ ਬਿਮਾਰੀ ਦਾ ਆਉਣ ਦਾ ਘਰਾਂ ਦੇ ਵਿੱਚ? ਕਾਰਨ ਸਾਡਾ ਜਾਣੀ ਕਿ ਨਾ ਇਹਨਾਂ ਜਾਣੀ ਕਿ ਜਿਹੜੀਆਂ ਕੁਦਰਤੀ ਚੀਜ਼ਾਂ ਤੀਆਂ ਉਹਨਾਂ ਨੂੰ ਛੱਡ ਕੇ ਇੱਕ ਨਵੇਂ ਜਿਹੜਾ ਸੰਸਾਰ ਆਪਾਂ ਸਿਰਜ ਲਿਆ, ਜਿਹਦੇ 'ਚ ਇਹਨਾਂ ਚੀਜ਼ਾਂ ਦੀ ਥਾਂ ਹੀ ਨਹੀਂ ਰਹੀ ਆਪਣੀਆਂ ਪੁਰਾਣੀਆਂ। ਜੇ ਕੋਈ ਗੁੜ ਵਗੈਰਾ, ਸ਼ੱਕਰ ਵਗੈਰਾ ਵਰਤਦਾ ਤਾਂ ਉਹਨੂੰ ਬੈਕਵਰਡ ਮੰਨਿਆ ਜਾਂਦਾ ਹੈ। ਹਾਂ, ਠੀਕ ਹੈ ਕਿ ਨਹੀਂ? ਆਪਾਂ ਸਵੇਰੇ ਉੱਠਦੇ ਪਹਿਲਾਂ ਚਾਹ ਮੰਗਦੇ ਹਾਂ, ਚੀਨੀ ਹੈ, ਚੀਨੀ ਨੇ ਬਸ ਸ਼ੂਗਰੇ ਕਰਨੀ ਹੈ। ਤੇ ਇੱਕ ਤਾਂ ਇਹ ਹੈ ਵੀ ਸ਼ੂਗਰ ਅਸੀਂ ਚੀਨੀ ਇੰਨੀ ਖਾਣੀ ਸ਼ੁਰੂ ਕਰਤੀ, ਹਰ ਚੀਜ਼ ਚੀਨੀ, ਜਿਹੜੀਆਂ ਇਹ ਆਪਣੇ ਜਿਹੜੀਆਂ ਅੱਜ ਕੱਲ੍ਹ ਕੀ ਕਹਿੰਦੇ ਆ ਫਾਸਟ ਫੂਡ ਹੈ, ਉਹਨਾਂ ਦੇ ਵਿੱਚ ਆਪਣਾ ਕੋਈ ਟੇਸਟ ਨਹੀਂ ਹੁੰਦਾ। ਉਹ ਟੇਸਟ ਬਣਾਉਣ ਵਾਸਤੇ ਜਿਵੇਂ ਮਿੱਠਾ ਜ਼ਿਆਦਾ ਪਾ ਦਿਓ, ਨਮਕ ਮਿਰਚ ਜ਼ਿਆਦਾ ਪਾ ਦਿਓ, ਇੱਦਾਂ ਦੀਆਂ ਸੌਸਾਂ ਬਣਾ ਲਈਆਂ ਜਿਨ੍ਹਾਂ ਦਾ ਫਾਇਦਾ ਕੋਈ ਨਹੀਂ ਸਰੀਰ ਨੂੰ, ਬਸ ਸਿਰਫ ਸਵਾਦ ਦਿਖਾਉਣ ਵਾਸਤੇ ਇਹ ਚੀਜ਼ਾਂ ਵੱਧ ਤੋਂ ਵੱਧ ਪਾਈ ਜਾ ਰਹੇ ਆ। ਇਸ ਕਰਕੇ ਸ਼ੂਗਰ, ਔਰ ਜ਼ਿਆਦਾਤਰ ਲੋਕਾਂ ਨੂੰ ਇਸ ਕਰਕੇ ਸ਼ੂਗਰ ਹੁੰਦੀ ਹੈ। ਬਲੱਡ ਸ਼ੂਗਰ ਹੋ ਗਈ, ਕਿਸੇ ਨੂੰ ਉੱਦਾਂ ਸ਼ੂਗਰ ਹੈ। ਤੇ ਇਹ ਬਾਕੀ ਐਲੋਪੈਥੀ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਹੈਗਾ। ਇਹ ਐਲੋਪੈਥੀ ਦੇ ਵਿੱਚ ਜਿੱਦਾਂ ਕੀ ਕਰਦੇ ਆ, ਰੀਡਿੰਗ ਦੇਖ ਲਓ, ਵੀ ਰੀਡਿੰਗ ਆ ਗਈ, ਮੰਨ ਲਓ 300 ਆ ਗਿਆ ਸ਼ੂਗਰ, ਉਹਨੂੰ ਗੋਲੀ ਦੇ ਦਿੱਤੀ, ਰੀਡਿੰਗ ਘੱਟ ਦਿਖਣ ਲੱਗ ਗਈ। ਸ਼ੂਗਰ ਤਾਂ ਅੰਦਰ ਹੈ, ਸ਼ੂਗਰ ਥੋੜ੍ਹਾ ਚਲੇਗੀ ਕਿਤੇ, ਰੀਡਿੰਗ ਘਟਾਤੀ, ਠੀਕ ਹੈ, ਉਹਦੇ ਨਾਲ ਬੰਦੇ ਨੂੰ ਲੱਗਣ ਲੱਗ ਗਿਆ ਵੀ ਮੇਰੀ ਸ਼ੂਗਰ ਘਟ ਗਈ। ਸ਼ੂਗਰ ਥੋੜ੍ਹਾ ਘਟਦੀ ਹੈ, ਉਹ ਰੀਡਿੰਗ ਘਟ ਜਾਂਦੀ ਹੈ। ਰੀਡਿੰਗ ਘਟਾ ਦਿੰਦੇ ਨੇ? ਰੀਡਿੰਗ ਘਟਾ ਦਿੰਦੇ ਆ, ਸ਼ੂਗਰ ਨਹੀਂ ਘਟਦੀ। ਅੱਛਾ ਇੱਕ ਚੀਜ਼ ਮੈਨੂੰ ਦੱਸੋ, ਅੱਜ ਕੱਲ੍ਹ ਤਾਂ ਪਿੰਡਾਂ ਦੀ ਜੇ ਮੈਂ ਗੱਲ ਕਰਾਂ ਤਾਂ ਸ਼ਹਿਰਾਂ ਦੇ ਵਿੱਚ ਵੀ ਖਾਸ ਕਰਕੇ ਆ ਗਈ ਚੀਜ਼ ਇਹ ਕਿ ਬੰਦੇ ਦੀ ਅੱਖ ਬਾਅਦ 'ਚ ਖੁੱਲ੍ਹਦੀ ਹੈ ਕਿ ਬੰਦੇ ਨੂੰ ਬੈੱਡ 'ਤੇ ਕਹਿੰਦੇ ਬੈੱਡ ਟੀ ਮਿਲਣੀ ਚਾਹੀਦੀ ਹੈ। ਸੁੱਤੇ ਉੱਠਦੇ ਕਹਿੰਦੇ ਵੀ ਉੱਠਦੇ ਸਾਰ ਬੰਦੇ ਦੇ ਹੱਥ ਦੇ ਵਿੱਚ ਕੱਪ ਪਾਣੀ ਦਾ ਨਾ ਹੋਵੇ, ਕੱਪ ਚਾਹ ਦਾ ਹੋਵੇ। ਇਹ ਹੁੰਦਾ, ਇਹ ਚਾਹ ਜਿਹੜੀ ਹੈ ਅਸਲ ਦੇ ਵਿੱਚ ਇਹ ਸ਼ੂਗਰ ਨੂੰ ਵਧਾਉਂਦੀ ਹੈ, ਮਾਰੂ ਹੈ ਕਿ ਚੰਗੀ ਹੈ ਚਾਹ ਸਿਹਤ ਵਾਸਤੇ? ਨਹੀਂ, ਚਾਹ ਢੰਗ ਹੁੰਦੇ ਆ ਨਾ ਪੀਣ ਦੇ। ਜੇ ਤੁਸੀਂ ਮਿੱਠਾ ਪਾ ਕੇ ਪੀਣੀ ਹੈ, ਸਵਾਦ ਲਈ ਪੀਣੀ ਹੈ, ਫਿਰ ਤਾਂ ਇਹ ਮਾਰੂ ਹੀ ਹੈ। ਉੱਦਾਂ ਜੇ ਤੁਸੀਂ ਜਿਵੇਂ ਚਾਹ ਪੱਤੀ, ਜੇ ਚਾਹ ਪੀਣੀ ਹੈ, ਚਾਹ ਚੰਗੀ ਵੀ ਹੈ ਜੇ ਤੁਸੀਂ ਜਾਣੀ ਕਿ ਇਹਨੂੰ ਸਰੀਰ ਲਈ ਚੰਗੀ ਵੀ ਹੋ ਸਕਦੀ ਹੈ ਜੇ ਤੁਸੀਂ ਇਹਨੂੰ ਢੰਗ ਨਾਲ ਪੀਓਗੇ। ਕਿੱਦਾਂ? ਤੁਸੀਂ ਚਾਹ ਲਓ, ਜਾਣੀ ਕਿ ਪਾਣੀ ਲਓ 1 ਗਲਾਸ, ਉਹਦੇ 'ਚ ਥੋੜ੍ਹੀ ਜਿਹੀ ਪੱਤੀ ਪਾਓ, ਉਹਨੂੰ 5 ਵਾਰ ਉਬਾਲੀ ਦਿਓ। ਇੰਨਾ ਜਾਣੀ ਕਿ ਇੰਨੀ 5-7 ਵਾਰ ਉਬਾਲੀਆਂ ਦਿਓ, ਹਾਂ, ਅੱਧੀ ਰਹਿ ਜਾਵੇ ਜਦੋਂ, ਠੀਕ ਹੈ,
ਉਹਦੇ 'ਚ ਮਿੱਠਾ ਨਹੀਂ ਪਾਉਣਾ, ਨਮਕ ਨਹੀਂ ਪਾਉਣਾ, ਕੁਝ ਨਹੀਂ ਪਾਉਣਾ। ਠੀਕ ਹੈ। ਜਦੋਂ ਅੱਧੀ ਰਹਿ ਗਈ ਉਹਦੇ 'ਚ ਓਨਾ ਹੀ ਪਾਣੀ ਪਾ ਕੇ ਉਹਨੂੰ ਪੀਓ ਚਾਹ ਨੂੰ। ਉਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਬਿਨਾਂ ਮਿੱਠੇ ਤੋਂ? ਬਿਨਾਂ ਮਿੱਠੇ ਤੋਂ, ਬਿਨਾਂ ਉਹਦੇ 'ਚ ਹੋਰ ਕੁਝ, ਦੁੱਧ ਤੋਂ ਕੱਲਾ ਇਦਾਂ ਚਾਹ ਪੀਓਗੇ ਉਹ ਤੁਹਾਡੀਆਂ ਕਈ ਬਿਮਾਰੀਆਂ ਠੀਕ ਕਰ ਦੇਗੀ। ਪਰ ਅੱਜ ਕੱਲ ਮੈਨੂੰ ਲੱਗਦਾ ਵੀ ਲੋਕ ਤਾਂ ਭਾਲਦੇ ਹੀ, ਕਹਿੰਦੇ ਵੀ ਥੋੜੀ ਜਿਹੀ ਦੁੱਧ ਘੱਟ ਪੈ ਜੇ ਤਾਂ ਕਾਲੀ ਚਾਹ ਹੋ ਜਾਂਦੀ ਹੈ, ਕਹਿੰਦੇ ਵਾਪਸ ਕਰ ਦੇ, ਇਹ 'ਚ ਤਾਂ ਦੁੱਧ ਤਾਂ ਕਾਲੀ ਚਾਹ ਆ, ਇਹ ਥੋੜਾ ਨਾ ਪੀਣੀ ਆ, ਮੈਂ ਤਾਂ ਚਿੱਟੀ ਚਾਹ ਪੀਣੀ ਆ, ਦੁੱਧ ਵਾਲੀ ਚਾਹ ਪੀਣੀ ਆ, ਉਹ ਮਾਰਦੀ ਹੈ। ਬਿਲਕੁਲ ਬਿਲਕੁਲ, ਉਹ ਬਹੁਤ ਜ਼ਿਆਦਾ ਖਰਾਬ ਕਰਦੀ ਹੈ। ਅੱਜ ਕੱਲ ਦੁੱਧ ਵੀ ਤਾਂ ਤੁਸੀਂ ਦੇਖੋ, ਦੁੱਧ ਦੇ ਵਿੱਚ ਕੀ ਹੈ। ਜ਼ਿਆਦਾਤਰ ਤਾਂ ਪਹਿਲਾਂ ਤਾਂ ਹੁਣ ਤੁਸੀਂ ਇਹੀ ਦੇਖ ਲਓ ਵੀ ਸਾਡੇ ਜਿੰਨਾ ਬਣਦਾ ਉਹਦੇ ਨਾਲੋਂ ਕਿਤੇ ਗੁਣਾ ਵੱਧ ਦੁੱਧ ਵਿਕ ਰਿਹਾ ਹੈ। ਕਿੱਥੋਂ ਆਉਂਦਾ ਦੁੱਧ ਉਹ? ਗਾਈਆਂ ਮੱਝਾਂ ਤਾਂ ਹੈ ਹੀ ਨਹੀਂ ਸਾਡੇ ਇੰਨੀਆਂ ਜਿੰਨਾ ਦੁੱਧ ਹੋ ਰਿਹਾ। ਇਸ ਕਰਕੇ ਇੱਕ ਤਾਂ ਡੁਪਲੀਕੇਟ ਹੁੰਦਾ ਦੁੱਧ ਇਹ, ਤੇ ਦੂਜੀ ਗੱਲ ਹੋ ਜਾਂਦੀ ਹੈ ਫਿਰ ਸ਼ੂਗਰ ਨਹੀਂ ਵਧਣਾ, ਤੇ ਉਹਦੇ 'ਚ ਖਾਦਾਂ ਕਿੰਨੀਆਂ ਪਤਾ ਹੀ ਨਹੀਂ ਹੈ, ਕਿੰਨੇ ਪੈਸਟੀਸਾਈਡ। ਅੱਜ ਕੱਲ੍ਹ ਤਾਂ ਦੇਖੋ ਖਾਣੇ ਜਿਹੜੇ ਡੰਗਰਾਂ ਲਈ ਪੱਠੇ ਬੀਜਦੇ ਉਹਦੇ 'ਤੇ ਸਪਰੇਹਾਂ ਕਿੰਨੀਆਂ ਹੁੰਦੀਆਂ। ਬਿਮਾਰੀਆਂ ਦਾ ਘਰ ਇਹ। ਅੱਛਾ, ਜਿਹੜੀ ਸ਼ੂਗਰ ਦੀ ਬਿਮਾਰੀ ਹੈ, ਤੁਹਾਡੇ ਕੋਲੇ ਕੋਈ ਐਸਾ ਪੇਸ਼ੈਂਟ ਆਇਆ ਹੋਵੇ ਵੀ ਤੁਸੀਂ ਵੀ ਵੇਖ ਕੇ ਹੈਰਾਨ ਰਹਿ ਗਏ ਹੋ ਕਿ ਯਾਰ ਐਡੀ ਛੋਟੀ ਉਮਰ ਤੇ ਇਹਨੂੰ ਸ਼ੂਗਰ ਹੈ? ਸਭ ਤੋਂ ਛੋਟੀ ਉਮਰ ਦੇ ਵਿੱਚ ਵੀ ਦੇਖਿਆ ਜਾਵੇ ਤੁਹਾਡੇ ਕੋਲ ਕਿਹੜਾ ਪੇਸ਼ੈਂਟ ਆਇਆ ਵੀ ਉਹਦੀ ਇੰਨੀ ਕੁ ਉਮਰ ਸੀ ਤੇ ਉਹਨੂੰ ਸ਼ੂਗਰ ਸੀ? ਬਿਲਕੁਲ ਬਿਲਕੁਲ। ਹੁਣ ਥੋੜ੍ਹੇ ਦਿਨ ਪਹਿਲਾਂ ਇੱਕ ਬੱਚਾ ਆਇਆ ਸੀ, ਮੇਰੇ ਖਿਆਲ 10 ਸਾਲ ਦੀ ਉਮਰ ਹੋਊਗੀ ਉਹਦੀ। ਉਹਦੀਆਂ ਐਨਕ ਲੱਗੀ ਸੀ ਬੜੀ ਮੋਟੀ, ਪਤਾ ਨਹੀਂ ਕਿੰਨਾ ਨੰਬਰ ਦੱਸ ਰਹੇ ਸੀ ਉਹ। ਆਏ ਤੇ ਅੱਖਾਂ ਲਈ ਉਹ ਆਏ ਸੀ ਪਹਿਲਾਂ, ਪਰ ਉਹ ਅਸਲੀ ਉਦੋਂ ਪਤਾ ਲੱਗਿਆ ਜਦੋਂ ਅਸੀਂ ਚੈੱਕ ਕਰਿਆ ਤਾਂ ਪਤਾ ਲੱਗਿਆ ਵੀ ਸ਼ੂਗਰ ਉਹਨੂੰ, ਵੀ ਇਹਦੇ ਕਰਕੇ ਉਹਨਾਂ ਦੀ ਅੱਖਾਂ ਵੀ ਇਸ ਕਰਕੇ ਆਈ ਸਾਈਡ ਵੀ ਵੀਕ ਹੋ ਗਈ। ਇਹਦੇ ਨਾਲ ਕਿਡਨੀਆਂ 'ਤੇ ਵੀ ਆਉਂਦੀ ਹੈ, ਹਾਂ, ਤੇ ਹਾਰਟ ਵੀ ਪ੍ਰੋਬਲਮ ਆਉਂਦੀ ਹੈ। ਜਾਣੀ ਕਿ ਤੁਸੀਂ ਇਹ ਦੇਖ ਲਓ ਵੀ ਕੋਈ ਚੀਜ਼ ਹੈ ਹੀ ਨਹੀਂ, ਹੱਡੀਆਂ ਤੱਕ ਖੁਰ ਜਾਂਦੀਆਂ ਸ਼ੂਗਰ ਕਾਰਨ। ਹੱਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਵੀ ਮਾੜਾ ਜਿਹਾ ਕਿਤੇ ਪੈਰ ਡਿੱਗਿਆ, ਤੁਸੀਂ ਅੱਜ ਕੱਲ੍ਹ ਸੁਣਦੇ ਹੀ ਆ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਮਾੜਾ ਪੈਰ ਸਲਿੱਪ ਕਰਿਆ ਹੱਡੀ ਟੁੱਟ ਜਾਂਦੀ ਹੈ। ਹਾਂ, ਉਹ ਇਹਨਾਂ ਕਾਰਨ ਆ। ਅੱਛਾ, ਇੱਕ ਚੀਜ਼ ਆਪਾਂ ਆਫ ਦਾ ਰੈਕਡ ਵੀ ਗੱਲ ਕਰ ਰਹੇ ਸੀ, ਕਹਿੰਦੇ ਵੀ ਅੱਜ ਕੱਲ੍ਹ ਤਾਂ ਇਹ ਸ਼ੂਗਰ ਦਾ ਇੱਕ ਧੰਦਾ ਬਣ ਗਿਆ। ਪਹਿਲਾਂ ਜਿਹੜੀ ਸ਼ੂਗਰ ਕਹਿੰਦੀ 160 ਤੇ ਹੁੰਦੀ ਸੀ, ਅੱਜ ਕੱਲ੍ਹ 100 ਤੇ ਆ ਗਈ। ਵੀ ਇਸ ਚੀਜ਼ ਦਾ ਵੈਸੇ ਟੈਕਨੀਕਲੀ ਜੇ ਮੈਂ ਤੁਹਾਨੂੰ ਪੁੱਛਾਂ ਸਵਾਲ ਕਿ ਇਹ ਵੈਸੇ ਇੰਨੀ ਚੀਜ਼ ਘੱਟ ਹੋ ਸਕਦੀ ਹੈ ਕਿ ਬਸ ਮੈਂ ਕਹਿ ਸਕਦਾ ਵੀ ਸਰਕਾਰ ਨਾਲ ਦੇ ਨਾਲ ਆਪਣਾ ਕਾਰੋਬਾਰ ਤੋਰ ਰਹੀ ਹੈ ਦਵਾਈਆਂ ਵੇਚਣ ਵਾਸਤੇ ਜਾਂ ਕੁਛ ਇਸ ਤਰੀਕੇ ਦੀ ਚੀਜ਼ਾਂ ਵਧਾਉਣ ਵਾਸਤੇ? ਦੇਖੋ, ਜਿਵੇਂ ਇਨਸੂਲਿਨ ਹੈ, ਇਨਸੂਲਿਨ ਕੰਪਨੀ ਕਿਹੜੀ ਬਣਾਉਂਦੀ ਹੈ? ਬਹੁਤ ਵੱਡੀ ਕੰਪਨੀ ਜਿਹੜੀ ਬਣਾਉਂਦੀ ਹੈ ਇਨਸੂਲਿਨ। ਉਹਦਾ ਕਾਰੋਬਾਰ ਵਧਾਉਣ ਲਈ ਦੇਖੋ ਕਿੱਥੇ ਤੇ ਕਿੱਥੇ ਪਹੁੰਚਾਤੀ ਕਹਾਣੀ। ਤੁਸੀਂ ਅੱਜ ਇੱਕ ਸਾਡੇ ਕੋਲ ਮਾਤਾ ਜੀ ਆਏ, ਉਹ 24 ਯੂਨਿਟ ਉਹਦੇ ਲੈ ਰਹੇ ਹੈ ਇਨਸੂਲਿਨ ਦੇ, 24 ਯੂਨਿਟ। ਬਸ ਦੇਖ ਕੇ ਹੈਰਾਨ ਹੋ ਗਏ ਵੀ ਇੰਨਾ ਜ਼ਿਆਦਾ। ਔਰ ਤੁਸੀਂ ਇਹ ਦੇਖੋ ਵੀ ਇਹਨਾਂ ਦੇ ਜਿਹੜੇ ਪਹਿਲੇ ਤਕਰੀਬਨ ਮੇਰਾ ਸ਼ਾਇਦ 1926 ਦੇ ਪੈਰਾਮੀਟਰ ਤੇ ਜਿਹੜੇ ਇਹਨਾਂ ਨੇ ਕੀਤੇ ਸੀ, ਉਹ ਉਦੋਂ ਸੀ 160 ਦੇ ਕਰੀਬ। 160 ਨੂੰ ਨਾਰਮਲ ਮੰਨਿਆ ਜਾਂਦਾ, ਸ਼ੂਗਰ ਨਹੀਂ ਮੰਨਿਆ ਜਾਂਦਾ ਸੀ। ਅੱਛਾ। ਤੇ ਉਹ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਇਹਨਾਂ ਦੇ ਦੁਬਾਰਾ ਪੈਰਾਮੀਟਰ ਇਹਨਾਂ ਸੈੱਟ ਕੀਤੇ, 140 ਕਰਤੇ, ਫਿਰ 120 ਕਰਤੇ, ਹੁਣ ਕਹਿੰਦੇ 100 ਕਰਤੇ ਆ। ਤੇ ਬੰਦੇ ਤਾਂ ਉਹੀ ਹੈ। ਫਿਰ ਇਹਦਾ ਮਤਲਬ ਪੈਰਾਮੀਟਰ ਆਪਣੀ ਹਿਸਾਬ ਨਾਲ ਕਿੰਨੇ ਕਰੋੜਾਂ ਲੋਕ ਫਿਰ ਉਹਦੇ 'ਚ ਦਵਾਈ ਲੈਣ ਲੱਗ ਜਾਂਦੇ ਆ, ਉਹਨਾਂ ਦਾ ਕਾਰੋਬਾਰ ਚੱਲਦਾ ਹੈ। ਹੁਣ ਥੋੜ੍ਹੇ ਦਿਨ ਕੱਲ੍ਹ ਪਰਸੋਂ ਦੀ ਇੱਕ ਖਬਰ ਘੁੰਮਦੀ ਹੈ ਟੀਵੀ ਦੇ ਉੱਤੇ ਵੀ ਸੁਪਰੀਮ ਕੋਰਟ ਨੇ ਉਹ ਕੀਤਾ ਵੀ ਜਿਹੜੀ ਆ ਡੋਲੋ ਗੋਲੀ ਹੈ, ਉਹਨੇ 1000 ਕਰੋੜ ਦੇ ਡਾਕਟਰਾਂ ਨੂੰ ਤੋਹਫੇ ਦਿੱਤੇ ਆ ਵੀ ਸਾਡੀ ਦਵਾਈ ਵਿੱਚ। ਖਬਰ ਹੈ ਟੀਵੀ ਦੀ, NDTV ਦੀ ਖਬਰ ਹੈ। 1000 ਕਰੋੜ ਦੇ ਤੋਹਫੇ ਦਿੱਤੇ ਆ ਡਾਕਟਰਾਂ ਨੂੰ ਵੀ ਸਾਡੀ ਦਵਾਈ ਪ੍ਰਮੋਟ ਕਰੋ। ਇਸੇ ਕਰਕੇ ਸ਼ਾਇਦ ਡਾਕਟਰ ਪ੍ਰਮੋਟ ਕਰ ਰਹੇ। ਬਿਲਕੁਲ ਬਿਲਕੁਲ, ਇਸੇ ਕਰਕੇ। ਮੈਨੂੰ ਲੱਗਦਾ ਅੱਜ ਵੀ ਕਿਸੇ ਨੂੰ ਕੋਈ ਵੀ ਬਿਮਾਰੀ, ਛੋਟੀ ਮੋਟੀ ਬਿਮਾਰੀ ਵੀ ਹੋਵੇ ਨਾ, ਜ਼ੁਕਾਮ ਲੱਗੇ, ਛਿੱਕਾਂ ਲੱਗੇ, ਤਾਂ ਮੇਰੇ ਖਿਆਲ ਨਾਲ ਡੋਲੋ ਦੀ ਦਵਾਈ ਤਾਂ ਇੱਕ ਹਿਸਾਬ ਦਾ ਸਲਾਦ ਹੀ ਬਣਾ ਲਿਆ, ਜਿਵੇਂ ਰੋਟੀ ਦੇ ਨਾਲ ਆਪਾਂ ਖਾਂਦੇ ਹਾਂ, ਹਰੇਕ ਦਵਾਈ ਦੇ ਨਾਲ ਦੇ ਕੇ ਤੋਰ ਦਿੰਦੇ ਨੇ। ਉਹ ਸ਼ਾਇਦ ਇਸੇ ਕਰਕੇ। ਬਿਲਕੁਲ ਇਸੇ ਕਰਕੇ ਆ। ਤੁਸੀਂ ਇਹ ਦੇਖੋ ਬੱਚਿਆਂ ਦੇ ਮੂੰਹ 'ਤੇ ਵੀ ਚੜ੍ਹ ਗਈ। ਬਜ਼ੁਰਗ ਜਿਨ੍ਹਾਂ ਨੇ ਕਦੇ ਇੰਗਲਿਸ਼ ਦਾ ਇੱਕ ਏ ਨਹੀਂ ਪੜ੍ਹੀ ਹੈ, ਉਹਨੂੰ ਵੀ ਡੋਲੋ ਕਹਿੰਦੇ, ਉਹ ਵੀ ਡੋਲੋ ਕਹਿੰਦੇ। ਦੇਖ ਲਓ, ਉਹਨਾਂ ਨੂੰ ਵੀ ਪਤਾ ਵੀ ਡੋਲੋ ਦੀ ਗੋਲੀ ਹੈ ਕੋਈ। ਇੱਦਾਂ ਜਿਵੇਂ ਪਹਿਲਾਂ ਕੋਲਗੇਟ ਹੋ ਗਈ ਹੈ, ਉਹ ਲੋਕਾਂ ਨੂੰ ਪੇਸਟ ਦਾ ਨਾਮ ਹੀ ਭੁੱਲ ਗਿਆ ਵੀ ਇਹ ਮੰਜਣ ਹੁੰਦਾ ਜਾਂ ਕੀ ਹੁੰਦਾ, ਬਸ ਕੋਲਗੇਟ ਰਹਿ ਗਿਆ, ਬਸ ਉਹੀ ਚੀਜ਼ ਹੋਈ, ਉਹੀ ਡੋਲੋ ਹੋ ਗਈ। ਅੱਛਾ, ਤੁਹਾਡੇ ਕੋਲੇ ਕੋਈ ਐਸਾ ਪੇਸ਼ੈਂਟ ਜਸਵੰਤ ਸਿੰਘ ਜੀ ਆਇਆ ਹੋਵੇ ਵੀ ਵੱਡੇ ਤੋਂ ਵੱਡੇ ਹਸਪਤਾਲਾਂ ਨੇ ਠੁਕਰਾਤਾ ਵੀ ਨਹੀਂ ਹੁਣ ਇਹਦੀ ਜਿਹੜੀ ਸ਼ੂਗਰ ਹੈ ਇਹ ਕੰਟਰੋਲ ਨਹੀਂ ਕੀਤੀ ਜਾ ਸਕਦੀ, ਜਾਂ ਪੁਰਾਣੀ ਤੋਂ ਪੁਰਾਣੀ 30 ਸਾਲ ਪੁਰਾਣੀ, 40 ਸਾਲ ਪੁਰਾਣੀ, 15 ਸਾਲ ਪੁਰਾਣੀ ਜਿਹੜੀ ਸ਼ੂਗਰ ਸੀ, ਤੁਹਾਡੇ ਕੋਲ ਇੱਥੇ ਆਈ, ਦਵਾਈ ਲਈ, ਤੁਹਾਡਾ ਪੂਰਾ ਕੋਰਸ ਕੀਤਾ ਤੇ ਉਸ ਤੋਂ ਬਾਅਦ ਠੀਕ ਹੋ ਕੇ ਘਰੇ ਗਏ ਨੇ? ਹੈ ਪੇਸ਼ੈਂਟ ਇੱਦਾਂ? ਬਿਲਕੁਲ ਬਿਲਕੁਲ, ਸਾਡੇ ਕੋਲ ਅਸੀਂ ਸੈਂਕੜੇ ਕੇ ਹਜ਼ਾਰਾਂ ਪੇਸ਼ੈਂਟ ਠੀਕ ਕਰ ਚੁੱਕੇ ਹਾਂ ਅਸੀਂ। ਕਿਉਂਕਿ ਸਾਡਾ ਜਿਹੜਾ ਜਾਣੀ ਕਿ ਆਯੁਰਵੇਦ ਦਾ, ਸਾਡਾ ਵੀ ਕੀ ਆਯੁਰਵੇਦ ਦਾ ਜਿਹੜਾ ਢੰਗ ਹੈ ਨਾ, ਉਹ ਵੱਖਰਾ ਹੈ। ਐਲੋਪੈਥੀ ਤਾਂ ਸਿਰਫ ਰੀਡਿੰਗ ਘਟਾਉਂਦੀ ਹੈ, ਤੇ ਜਿਹੜੀ ਆਯੁਰਵੇਦ ਹੈ ਨਾ,
ਇਹਦੀ ਬਿਮਾਰੀ ਦੀ ਜੜ ਨੂੰ ਖਤਮ ਕਰਦਾ। ਜਿਵੇਂ ਉਹ ਕੰਨੇ ਰੀਡਿੰਗ ਘਟਾਉਣ ਵਾਸਤੇ ਦਵਾਈ ਦਿੰਦੇ ਹਾਂ, ਅਸੀਂ ਪੈਨਕ੍ਰੀਆਜ ਨੂੰ ਠੀਕ ਕਰਨ ਵਾਸਤੇ ਦਵਾਈ ਦਿੰਦੇ ਹਾਂ। ਤੁਸੀਂ ਜੜ ਫੜਦੇ ਹਾਂ ਅਸੀਂ। ਜਿਵੇਂ ਇਨਸੂਲਿਨ ਬਣਾਉਣੀ ਹੈ ਪੈਨਕ੍ਰੀਆਜ ਦੀ, ਜਦੋਂ ਅਸੀਂ ਬਾਹਰੋਂ ਇਨਸੂਲਿਨ ਲੈਣ ਲੱਗ ਗਏ, ਤੁਸੀਂ ਮੈਨੂੰ ਦੱਸੋ ਵੀ ਜਿਹੜਾ ਕਿਸੇ ਆਪਣੇ ਅੰਗ ਦਾ ਸਰੀਰ ਦਾ ਆਪਾਂ ਉਹ ਤੋਂ ਕੰਮ ਲੈਣਾ ਬੰਦ ਕਰ ਦਈਏ, ਉਹ ਆਪਣੇ ਆਪ ਡੈੱਡ ਹੋ ਜਾਏਗਾ, ਖਤਮ ਹੋ ਜਾਏਗਾ। ਇਸ ਕਰਕੇ ਉਹ ਬੰਦ ਹੋ ਜਾਂਦਾ ਹੈ, ਇਨਸੂਲਿਨ ਬਣਨੀ ਬੰਦ ਹੋ ਜਾਂਦੀ ਹੈ। ਅਸੀਂ ਉਹਨੂੰ ਦੁਬਾਰਾ ਇਨਸੂਲਿਨ ਬਣਾਉਣ ਲਾ ਦਿੰਦੇ ਹਾਂ। ਸਾਡਾ ਇਲਾਜ ਸਿਰਫ ਇਹੀ ਹੈ। ਇਸ ਕਰਕੇ ਅਸੀਂ ਬੜੀ ਵਧੀਆ ਢੰਗ ਨਾਲ, ਜਾਣੀ ਕਿ ਕਈ ਮਰੀਜ਼ ਤਾਂ ਅਸੀਂ ਬਹੁਤ ਥੋੜ੍ਹੀ ਦਵਾਈ, ਬਹੁਤ ਥੋੜ੍ਹੇ ਦਿਨਾਂ ਦੀ ਦਵਾਈ ਨਾਲ, ਜਾਣੀ ਕਿ ਵੱਧ ਤੋਂ ਵੱਧ ਮਹੀਨੇ 2 ਮਹੀਨੇ ਨਾਲ, ਕਿਸੇ ਨੂੰ 6 ਮਹੀਨੇ ਦਵਾਈ ਖਾਣੀ ਪੈਂਦੀਆਂ ਨੇ, ਮਹੀਨੇ 2 ਮਹੀਨੇ 'ਚ ਦਵਾਈ ਖਾ ਕੇ ਬੰਦਾ ਨਾਰਮਲ ਹੋ ਜਾਂਦਾ। ਕਿੰਨੇ ਤੋਂ ਕਿੰਨੀ, ਜਸਵੰਤ ਸਿੰਘ ਜੀ, ਕਿੰਨੇ ਤੋਂ ਕਿੰਨੀ ਪੁਰਾਣੀ ਜਿਹੜੀ ਸ਼ੂਗਰ ਹੈ ਤੁਹਾਡੀ ਦਵਾਈ ਨਾਲ ਠੀਕ ਕੀਤੀ ਜਾ ਸਕਦੀ? ਕੋਈ ਗੱਲ ਜਿੰਨੀ ਮਰਜ਼ੀ ਪੁਰਾਣੀ ਹੋਵੇ, ਸਾਡਾ ਸਿਸਟਮ ਹੈ ਤੁਹਾਨੂੰ ਦੱਸਿਆ ਵੀ ਅਲੱਗ ਹੈ। ਅਸੀਂ ਸ਼ੂਗਰ ਹਟਾਉਣ ਵਾਸਤੇ ਦਵਾਈ ਥੋੜ੍ਹਾ ਦੇਣੀ ਹੈ, ਇਹ ਨਹੀਂ ਅਸੀਂ ਪੈਨਕ੍ਰੀਆਜ ਨੂੰ ਕੰਮ ਕਰਨਾ ਦੇਣ ਵਾਸਤੇ ਦਵਾਈ ਦੇਣੀ ਹੈ। ਸਾਡੇ ਕੋਲ ਭਸਮ ਵਾਲੀ ਦਵਾਈ ਵੀ ਹੈ ਜਿਹੜੀ, ਜਾਣੀ ਕਿ ਜੇ ਜ਼ਿਆਦਾ ਪੁਰਾਣੀ ਸ਼ੂਗਰ ਹੈ ਉਹਦੇ ਲਈ ਅਸੀਂ ਭਸਮਾਂ ਵਰਤਦੇ ਹਾਂ। ਉਹਦੇ ਨਾਲ ਸੋਨਾ ਭਸਮ ਹੈ, ਅਬਰਕ ਭਸਮ ਹੈ, ਉਹਦੇ ਵਿੱਚ ਚਾਂਦੀ ਭਸਮ ਹੈ, ਅਤੇ ਇੱਦਾਂ ਕਾਪਰ ਭਸਮ, ਤਾਂਬੇ ਦੀ ਭਸਮ ਹੁੰਦੀ ਹੈ। ਇੱਦਾਂ ਬਹੁਤ ਭਸਮ ਹੈ ਜਿਹੜੀਆਂ ਅਸੀਂ ਉਹ ਪਾ ਕੇ ਉਹਦੇ ਨਾਲ ਦਵਾਈ ਬਣਾਉਂਦੇ ਹਾਂ। ਉਹਦੇ ਨਾਲ ਪੈਨਕ੍ਰੀਆਜ ਮੁੜ ਕੇ ਕੰਮ ਕਰਨ ਲੱਗ ਜਾਂਦਾ, ਸ਼ੂਗਰ ਦੀ ਪ੍ਰੋਬਲਮ ਹੀ ਨਹੀਂ ਰਹਿੰਦੀ ਬਸ। ਅੱਛਾ, ਤੁਸੀਂ ਜਿਹੜੀਆਂ ਹੁਣ ਆਹ ਦਵਾਈਆਂ ਰੱਖੀਆਂ ਹੋਈਆਂ ਨੇ, ਇੱਕ ਵਾਰ ਇਹਨਾਂ ਬਾਰੇ ਜ਼ਰੂਰ ਦੱਸ ਦਿਓ, ਕਿਉਂਕਿ ਆਹ ਕੁਝ ਡਾਈਟਰੀ ਪ੍ਰੋਡਕਟ ਨੇ, ਖਾਣ ਪੀਣ ਦੀਆਂ ਦਾਲਾਂ ਨੇ, ਕੁਝ ਵੀ ਜਿਹੜੀਆਂ ਮੈਨੂੰ ਲੱਗਦਾ ਲੋਕ ਭੁੱਲ ਗਏ। ਹਾਲਾਂਕਿ ਜੇ ਮੈਨੂੰ ਵੀ ਤੁਸੀਂ ਪੁੱਛ ਲਓ, ਸਵਾਲ ਪੁੱਛ ਲਓ ਨਾ, ਵੀ ਤੁਸੀਂ ਮੈਨੂੰ ਪੁੱਛ ਲਓ ਵੀ ਆਹ ਕੀ ਹੈ, ਤੁਸੀਂ ਦੱਸ ਦਿਓ, ਮੈਨੂੰ ਪਤਾ ਨਹੀਂ ਹੋਊਗਾ। ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕੀ ਹੈ ਤੇ ਕੀ ਫਾਇਦਾ ਇਹਨਾਂ ਦਾ, ਇਹ ਜ਼ਰੂਰ ਦੱਸੋ। ਬਿਲਕੁਲ, ਇਹ ਤਾਂ ਦੇਖੋ ਜੀ, ਜਵਾਰ ਆ, ਆਮ ਚੀਜ਼ ਹੈ ਜਵਾਰ, ਅਤੇ ਇਹ ਹੈਗੀ ਹੈ ਕੰਗਣੀ। ਅੱਛਾ, ਕੰਗਣੀ ਇੱਕ ਮਿਲਟ ਹੈ ਵੀ, ਠੀਕ ਹੈ ਜੀ। ਅਤੇ ਇਹ ਹੈ ਕੋਧਰਾ। ਇਹ ਕੋਧਰਾ ਉਹ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਾਲੋ ਨੇ ਰੋਟੀ ਖਵਾਈ ਸੀ। ਇਹ ਉਸ ਟਾਈਮ ਗਰੀਬਾਂ ਦਾ ਅਨਾਜ ਮੰਨਿਆ ਜਾਂਦਾ ਸੀ। ਅਮੀਰ ਉਸ ਟਾਈਮ ਵੀ ਕਣਕ ਖਾਂਦੇ ਸੀ, ਪਰ ਇਹ ਗਰੀਬਾਂ ਦਾ ਅਨਾਜ ਮੰਨਿਆ ਜਾਂਦਾ ਸੀ। ਇਸ ਕਰਕੇ ਇਹਦੇ ਵਿੱਚ ਸਭ ਨਾਲੋਂ ਜ਼ਿਆਦਾ ਫਾਈਬਰ ਹੈ। ਇਹਨੂੰ ਵੱਡੇ ਵੱਡੇ 5 ਸਟਾਰ 7 ਸਟਾਰ ਹੋਟਲਾਂ ਦੇ ਵਿੱਚ ਮੈਰੀਕਲ ਫੂਡ ਕਹਿ ਕੇ ਵਰਤਿਆ ਜਾਂਦਾ, ਬਹੁਤ ਮਹਿੰਗਾ ਦਿੱਤਾ ਜਾਂਦਾ ਇਸ ਨੂੰ। ਹਾਂਜੀ, ਤੇ ਆਪਾਂ ਇਹਨੂੰ ਮੂੰਹ ਤੇ ਨਹੀਂ ਧਰਦੇ, ਅਸੀਂ ਇਹਨੂੰ ਸਮਝਦੇ ਨਹੀਂ ਹੈ ਵੀ ਕੀ ਹੈ ਇਹ। ਬਿਲਕੁਲ ਇਹ ਗੱਲ ਵੀ ਇਸ ਕਰਕੇ ਜ਼ਿਆਦਾ ਲੋਕਾਂ ਨੂੰ ਤਾਂ ਅਸੀਂ ਇਹ ਜਿਹੜੀਆਂ ਚੀਜ਼ਾਂ, ਜਾਣੀ ਕਿ ਵੈਸੇ ਵੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਜਿਵੇਂ ਪਹਿਲਾਂ ਮਿੱਸੀਆਂ ਰੋਟੀਆਂ, ਜਿਹੜੀ ਬੇਰ ਵਾਲਾ ਰੋਟੀ ਖਾਂਦੇ ਸੀ, ਉੱਦਾਂ ਦੇ ਤੁਸੀਂ ਮੁੜ ਕੇ ਆ ਜਾਓ ਅਤੇ ਬਿਮਾਰੀਆਂ ਤੁਹਾਡੀਆਂ ਵੈਸੇ ਹੀ ਅੱਧੀਆਂ ਰਹਿ ਜਾਣਗੀਆਂ। ਕੁਦਰਤ ਦੇ ਨਾਲ ਜਿਹੜੇ ਕੁਦਰਤ ਬਣਾਉਂਦੀ ਆ ਸਾਡੇ ਲਈ ਚੀਜ਼ਾਂ, ਜਿਵੇਂ ਅਸੀਂ ਜਿੱਥੇ ਜਨਮੇ ਹਾਂ, ਜਿੱਥੇ ਪਲੇ ਹਾਂ ਅਸੀਂ, ਉਹ 20 ਕਿਲੋਮੀਟਰ ਦੇ ਏਰੀਏ 'ਚ ਜੋ ਚੀਜ਼ ਪੈਦਾ ਹੁੰਦੀ ਆ ਉਹ ਸਾਡੇ ਲਈ ਬਹੁਤ ਵਧੀਆ ਹੁੰਦੀ ਹੈ। ਇਹ ਕੁਦਰਤੀ, ਜਾਣੀ ਕਿ ਆਯੁਰਵੇਦ ਕਹਿੰਦਾ ਹੈ। ਠੀਕ ਹੈ। ਅਤੇ ਆਯੁਰਵੇਦ ਨੂੰ ਪਹਿਲਾਂ ਵਾਲੀਆਂ ਸਰਕਾਰਾਂ ਹੁਣ ਤੱਕ ਤਾਂ ਖਤਮ ਹੀ ਕਰ ਦਿੱਤਾ ਸੀ। ਆ ਤਾਂ ਜਿੱਦਾਂ ਹੁਣ ਇਹ ਆਇਆ ਸੀ, ਵਾਇਰਸ ਆਇਆ ਪਿੱਛੇ ਕਰੋਨਾ, ਉਹਦੇ ਵਿੱਚ ਮੋਦੀ ਸਰਕਾਰ ਨੇ ਜਾਣੀ ਕਿ ਕਾਫੀ ਇਹਦੇ 'ਤੇ ਕੰਮ ਕੀਤਾ। ਇਹਨਾਂ ਨੇ ਆਯੁਰਵੇਦ 'ਤੇ ਵਾਕਈ ਕੰਮ ਕੀਤਾ, ਅਤੇ ਤਾਂ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਆਯੁਰਵੇਦ ਵੀ ਕੁਛ ਹੈਗਾ। ਨਹੀਂ ਤਾਂ ਪਹਿਲਾਂ ਇੱਦਾਂ ਦੇ ਵੈਦ ਹੁਣ ਹੋ ਗਏ ਸੀ, ਗੋਲੀਆਂ ਘੋਟ ਕੇ ਦੇ ਦਿੰਦੇ ਆ, ਉਹ ਸਟੀਰਾਇਡ ਵਗੈਰਾ, ਅਤੇ ਆਮ ਜਿਹੜੇ ਵਧੀਆ ਜਿਹੜੇ ਚੰਗਾ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੀ ਵੀ ਬਦਨਾਮੀ ਹੈ ਉਸ ਗੱਲ 'ਚ। ਤੁਸੀਂ ਆਪ ਹੀ ਆਪਣੀ ਗੱਲ 'ਚ ਇੱਕ ਸਵਾਲ ਕੱਢਤਾ ਕਿ ਕਈ ਵੈਦ ਨੇ ਜਿਹੜੇ ਗੋਲੀਆਂ ਘੋੜ ਕੇ ਜਾਂ ਐਲੋਪੈਥੀ ਦੀ ਜਾਂ ਕਈ ਸਟੀਰੋਇਡ ਦੀਆਂ ਦਵਾਈਆਂ ਜਿਹੜੀਆਂ ਅਸੀਂ ਆਪਣੀ ਦਵਾਈ ਦੇ ਨਾਲ ਮਿਕਸ ਕਰਕੇ ਦੇਈ ਜਾਂਦੇ ਨੇ ਵੀ ਛੇਤੀ ਫਰਕ ਪੈ ਜਾਊਗਾ, ਨਾਲ ਦੇ ਨਾਲ ਫਰਕ ਪੈਂਦਾ, ਕਹਿੰਦੇ 100% ਪੱਕਾ, 200% ਪੱਕਾ ਇਲਾਜ ਹੈ। ਜੇ ਮੈਂ ਤੁਹਾਡੇ ਤੋਂ ਸਵਾਲ ਕਰਾਂ, ਦਰਸ਼ਕ ਬੈਠੇ ਵੇਖ ਰਹੇ ਨੇ, ਲਾਈਵ ਕੈਮਰੇ 'ਤੇ ਗੱਲ ਰਿਕਾਰਡ ਹੋ ਰਹੀ ਹੈ, ਦਰਸ਼ਕ ਬਹੁਤ ਤੇਜ਼ ਨੇ, ਕਿਉਂਕਿ ਅੱਜ ਕੱਲ੍ਹ ਕੱਲੀ ਗੱਲ ਨੂੰ, ਮੇਰੀ ਬੋਲੀ ਗੱਲ ਨੂੰ ਵੀ ਪਹਿਲਾਂ ਪਰਖਣਗੇ, ਉਸ ਤੋਂ ਬਾਅਦ ਆਪਣੇ ਆਪ 'ਤੇ ਅਜ਼ਮਾਉਣਗੇ। ਜੇ ਤੁਹਾਨੂੰ ਕੋਈ ਉੱਠ ਕੇ ਕੱਲ੍ਹ ਨੂੰ ਫੋਨ ਕਰਕੇ ਇਹ ਕਹਿ ਦੇਵੇ ਕਿ ਜੇ ਤੁਹਾਡੀ ਦਵਾਈ ਦੇ ਵਿੱਚ ਕੋਈ ਕੈਮੀਕਲ ਜਾਂ ਸਟੀਰੋਇਡ ਨਿਕਲਿਆ ਆ, ਫਿਰ ਹਰਜ਼ਾਨਾ ਕੌਣ ਭੁਗਤੂ? ਬਿਲਕੁਲ, ਅਸੀਂ ਬੈਠੇ ਹਾਂ, ਅਸੀਂ ਸਾਡੀ ਦਵਾਈ ਲਓ, ਤੁਸੀਂ ਚੈੱਕ ਕਰਾਓ, ਕਿਸੇ ਵੀ ਲੈਬੋਰਟਰੀ ਚੈੱਕ ਕਰਾ ਲਓ। ਸਾਡੀ ਦਵਾਈ ਅਮਰੀਕਾ, ਕੈਨੇਡਾ, ਸਾਈਪਰਸ ਅਤੇ ਆਸਟ੍ਰੇਲੀਆ, ਇਟਲੀ 'ਚ ਵੈਸੇ ਗਈ ਹੈ ਦਵਾਈ, ਉੱਥੇ ਕੋਰੀਅਰ ਨਹੀਂ ਜਾਂਦਾ, ਚਲੋ ਖੈਰ ਇਹ ਅਲੱਗ ਵਿਸ਼ਾ ਇੱਕ। ਕਿੰਨੇ ਹੀ ਕੰਟਰੀਆਂ ਜਿਨ੍ਹਾਂ ਦੇ ਵਿੱਚ ਸਾਡੀ ਦਵਾਈ ਜਾਂਦੀ ਹੈ, ਲਗਾਤਾਰ ਜਾਂਦੀ ਹੈ। ਜੇ ਸਾਡੀ ਦਵਾਈ ਦੇ ਵਿੱਚ ਕੋਈ ਇੱਦਾਂ ਦੀ ਗੱਲਬਾਤ ਹੋਵੇ, ਮਤਲਬ ਇਹ ਨਹੀਂ ਵੀ ਉੱਥੇ ਦਵਾਈ ਬਾਹਰ ਚਲੇ ਜਾਵੇ। ਇਸ ਕਰਕੇ ਅਸੀਂ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਵੀ ਜੇ ਕੋਈ ਸਾਡੀ ਦਵਾਈ 'ਚ ਸਾਬਤ ਕਰ ਦੇਵੇ ਵੀ ਇਹਦੇ ਵਿੱਚ ਸਟੀਰਾਇਡ ਹੈ ਜਾਂ ਕੋਈ ਨਸ਼ਾ ਹੈ ਜਾਂ ਕੋਈ ਇੱਦਾਂ ਦੀ ਗਲਤ ਚੀਜ਼ ਹੈ, ਤਾਂ ਅਸੀਂ ਬੈਠੇ। ਤੇ ਕੋਈ ਆਇਆ ਹੁਣ ਤੱਕ ਵੀ ਜਿਹਨੇ ਇਹ ਚੈਲੰਜ ਕੀਤਾ ਹੋਵੇ? ਬਿਲਕੁਲ ਨਹੀਂ, ਕੋਈ ਵੀ ਨਹੀਂ ਅੱਜ ਤੱਕ ਚੈਲੰਜ ਕਰ ਨਹੀਂ ਸਕਿਆ। ਕਰੇਗਾ ਕਿੱਦਾਂ? ਸਾਡੀ ਦਵਾਈ 'ਚ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈ। ਅੱਛਾ, ਮਿਨੀਮਮ ਕੋਈ ਇੱਕ ਡੇਟ ਹੋਵੇ ਵੀ ਇੰਨੇ ਕੁ ਟਾਈਮ ਦੇ ਵਿੱਚ ਇੱਕ ਪੇਸ਼ੈਂਟ ਆਇਆ ਸੀ ਸਾਡੇ ਕੋਲੇ, ਕੋਈ ਐਗਜ਼ਾਮਪਲ ਹੋਵੇ ਵੀ ਸਾਡੇ ਕੋਲੇ ਆਇਆ, ਕੰਡੀਸ਼ਨ ਬਹੁਤ ਮਾੜੀ ਸੀ, ਪਰ ਇੰਨੇ ਕੁ ਦਿਨਾਂ ਦੇ ਵਿੱਚ ਹੀ ਉਹ ਆਪਣੇ ਚੰਗਾ ਭਲਾ ਹੁਣ ਤੰਦਰੁਸਤ ਆਪਣੇ ਘਰੇ ਆਪਣਾ ਹੱਸਦਾ ਵਸਦਾ? ਨਹੀਂ, ਬਥੇਰੇ ਮਰੀਜ਼ ਹੈ,
ਦੇਖੋ ਕਈ ਮਰੀਜ਼ ਦੇਖੋ ਸ਼ੂਗਰ ਨਾਲ ਕੱਲਾ ਸ਼ੂਗਰ ਹੀ ਨਹੀਂ, ਜਿਵੇਂ ਸ਼ੂਗਰ ਹਜੇ ਘੱਟ ਨੁਕਸਾਨ ਕਰਦਾ, ਜਿਹੜੀ ਸ਼ੂਗਰ ਦੀਆਂ ਦਵਾਈਆਂ ਨਾ ਉਹ ਸਾਡਾ ਲੀਵਰ ਖਤਮ ਕਰ ਦਿੰਦੀਆਂ, ਕਿਡਨੀ ਖਤਮ ਕਰ ਦਿੰਦੀਆਂ, ਹਾਰਟ ਨੂੰ ਪ੍ਰੋਬਲਮ ਆ ਜਾਂਦੀ ਹੈ ਤੇ ਹੋਰ ਕਿੰਨੇ ਹੀ ਪ੍ਰੋਬਲਮ ਆ ਜਾਂਦੀਆਂ। ਇਸ ਕਰਕੇ ਕੱਲੀ ਸ਼ੂਗਰ ਵਾਸਤੇ ਤਾਂ ਅਗਲਾ ਆਉਂਦਾ ਹੀ ਨਹੀਂ ਹੈ। ਸ਼ੂਗਰ ਨੂੰ ਤਾਂ ਲੋਕ ਬਿਮਾਰੀ ਨਹੀਂ ਸਮਝਦੇ, ਦਵਾਈ ਖਾਈ ਜਾਂਦੇ ਆ, ਪਰ ਉਹਨੂੰ ਕਹਿੰਦੇ ਬਸ, ਜਿਵੇਂ ਮੈਂ ਤਾਂ ਕਈ ਲੋਕ ਇੱਦਾਂ ਦੇਖਿਆ ਵੀ ਜਿਵੇਂ ਮਾਣ ਮਹਿਸੂਸ ਕਰਦੇ ਆ ਵੀ ਮੈਨੂੰ ਸ਼ੂਗਰ ਹੈ, ਵੀ ਮੈਂ ਸ਼ੂਗਰ ਦੀ ਇੰਨੀ ਦੇਰ ਤੋਂ 10 ਸਾਲ ਤੋਂ ਦਵਾਈ ਖਾ ਰਿਹਾ, ਪਰ ਉਹਨੂੰ ਬਿਮਾਰੀ ਉਹ ਨਹੀਂ ਮੰਨਦੇ ਲੋਕ, ਉਦੋਂ ਹੀ ਦਵਾਈ ਖਾਈ ਜਾ ਰਹੇ ਆ। ਤੇ ਜਦੋਂ ਫਿਰ ਪ੍ਰੋਬਲਮ ਆ ਜਾਂਦੀ, ਜਿਵੇਂ ਹੁਣ ਸਾਡੇ ਕੋਲ ਇੱਕ ਮਰੀਜ਼ ਮਾਛੂਵਾੜੇ ਸਾਈਡ ਦਾ ਸੀ, ਪਤਾ ਨਹੀਂ ਕਿਹੜਾ ਪਿੰਡ ਸੀ, ਉਹ 2 ਮਹੀਨੇ ਤੋਂ ਇੱਕ ਦਾਣਾ ਅਨਾਜ ਦਾ ਨਹੀਂ ਖਾ ਸਕਿਆ ਸੀ। ਉਹ ਮਾੜਾ ਮੋਟਾ ਕੁਛ 1-2 ਚਮਚੇ ਜੂਸ ਦੇ ਦਿੱਤੇ, ਜਾਣੀ ਕਿ ਉਹਦੀਆਂ ਬਾਹਾਂ ਅੰਗੂਠੇ ਵਰਗੀਆਂ ਹੋ ਗਈਆਂ ਸੀ। 2 ਬੰਦੇ ਫੜ ਕੇ ਸਾਡੇ ਕੋਲ ਇੱਥੇ ਜਾਣੀ ਚਾਕੀ ਲਿਆ ਕੇ ਬਿਠਾਇਆ ਸੀ, ਇੰਨਾ ਕਮਜ਼ੋਰ ਸੀ, ਉਹਦੇ ਅੰਦਰ ਕੋਈ ਵੀ ਚੀਜ਼ ਨਹੀਂ ਟਿਕਦੀ। ਤੇ ਅੱਜ ਹੁਣ ਉਹ ਰੋਟੀ ਖਾਣ ਲੱਗ ਗਿਆ ਬੰਦਾ, 1 ਮਹੀਨੇ ਦੇ ਵਿੱਚ ਉਹ ਖਾਣਾ ਖਾਣ ਲੱਗ ਗਿਆ। ਹੁਣ ਜਿਹਨੇ ਕਦੇ ਖਾਣਾ ਜਾਣੀ ਕਿ 2 ਮਹੀਨੇ ਹੋ ਗਏ ਤੇ ਦਾਣਾ ਵੀ ਅੰਦਰ ਗਏ ਨੇ ਜੀ। ਅੱਛਾ, ਕਈ ਪੇਸ਼ੈਂਟ ਤਾਂ ਐਸੇ ਵੀ ਹੋਣਗੇ, ਦੇਖ ਵੀ ਰਹੇਗੇ, ਜਿਨ੍ਹਾਂ ਦੀ ਦਵਾਈਆਂ ਬਹੁਤ ਪੁਰਾਣੀਆਂ ਚੱਲ ਰਹੀਆਂ। ਤੁਸੀਂ ਦੱਸਿਆ ਜਿਵੇਂ ਬੜਾ ਮਾਣ ਮਹਿਸੂਸ ਕਰਦੇ ਨੇ, ਸਾਡੇ ਤਾਂ ਇੰਨੇ ਸਾਲ ਪੁਰਾਣੀ ਦਵਾਈ ਚੱਲਦੀ ਹੈ, ਜਿਨ੍ਹਾਂ ਦੀ ਦਵਾਈਆਂ ਚੱਲਦੀਆਂ ਨੇ, ਤੁਹਾਡੀ ਦਵਾਈ ਖਾਣ ਦੇ ਨਾਲ ਨਾਲ ਉਹ ਦਵਾਈਆਂ ਛੱਡਣੀਆਂ ਪੈਂਦੀਆਂ ਨੇ ਜਾਂ ਨਾਲ ਨਾਲ ਰੱਖਣੀ ਪਊਗੀ ਕੰਟੀਨਿਊ? ਨਹੀਂ ਦੇਖੋ, ਦਵਾਈ ਇੱਕ ਇਹ ਕੀ ਕਹਿੰਦਾ ਵੀ ਉੱਦਾਂ ਦਿਮਾਗ 'ਤੇ ਵੀ ਅਸਰ ਹੋ ਜਾਂਦਾ ਨਾ, ਵੀ ਦਵਾਈ ਲਈ ਨਹੀਂ ਮੈਂ ਅੱਜ। ਮੈਂਟਲੀ ਬੰਦਾ ਹਾਂ ਉਹ ਮੈਂਟਲੀ ਉਹ ਹੋ ਜਾਂਦਾ ਨਾ ਚੱਕਰ। ਇਸ ਕਰਕੇ ਇੱਕਦਮ ਮਰੀਜ਼ ਦੀ ਅਸੀਂ ਦਵਾਈ ਬੰਦ ਨਹੀਂ ਕਰਾਉਂਦੇ। ਠੀਕ ਹੈ, ਉਹਨੂੰ ਦਵਾਈ ਦਿੰਦੇ ਆ ਤੇ ਸ਼ੂਗਰ ਮਸ਼ੀਨਾਂ ਹਰੇਕ ਨੇ ਘਰ ਰੱਖੀਆਂ ਵੀ ਚੈੱਕ ਕਰਦੇ ਰਹੋ। ਜਿਉਂ ਜਿਉਂ ਤੁਹਾਡਾ ਉਹ ਸ਼ੂਗਰ ਸਹੀ ਹੁੰਦਾ ਜਾਂਦਾ, ਤੁਸੀਂ ਉਹ ਦੂਈ ਦਵਾਈ ਬੰਦ ਕਰਦੇ ਚਲੇ ਜਾਓ ਬਸ। ਅੱਛਾ, ਹੁਣ ਉਸ ਤੋਂ ਬਾਅਦ ਬਿਲਕੁਲ ਐਂਡ ਦੇ ਵਿੱਚ ਜਦ ਤੁਹਾਡੀ ਦਵਾਈ ਨਾਲ ਫਰਕ ਪੈ ਜਾਂਦਾ, ਫਿਰ ਕੀ ਇਦਾਂ ਹੋਇਆ ਵੀ ਮਰੀਜ਼ ਉਹ ਪੁਰਾਣੀ ਦਵਾਈ 20 ਸਾਲ ਪੁਰਾਣੀ ਦਵਾਈ ਜਿਹੜੀ ਖਾ ਰਹੇ ਸੀ, 10 ਸਾਲ ਪੁਰਾਣੀ ਦਵਾਈ ਜਿਹੜੀ ਖਾ ਰਹੇ ਸੀ, ਉਹ ਬਿਲਕੁਲ ਹੀ ਬੰਦ ਹੋ ਜਾਂਦੀ? ਬਿਲਕੁਲ ਬਿਲਕੁਲ, ਕੋਈ ਜ਼ਰੂਰਤ ਨਹੀਂ ਰਹਿੰਦੀ ਦਵਾਈ ਦੀ। ਪ੍ਰੋਬਲਮ ਤਾਂ ਹੀ ਆਏਗਾ ਨਾ ਵੀ ਜੇ ਮੁੜ ਕੇ ਸ਼ੂਗਰ, ਔਰ ਸ਼ੂਗਰ ਐਦਾਂ ਨਹੀਂ ਹੈ, ਤੁਸੀਂ ਦੇਖਿਆ ਹੀ ਆ ਵੀ ਇਹ ਸ਼ੂਗਰ ਕਮਜ਼ੋਰ ਕਰ ਦਿੰਦਾ। ਜਦ ਬੰਦੇ ਨੂੰ ਸ਼ੂਗਰ ਵੱਧਦੀ ਹੈ ਨਾ, ਕਮਜ਼ੋਰੀ ਇੰਨੀ ਆ ਜਾਂਦੀ ਹੈ, ਬੰਦਾ ਇੱਥੇ ਤੱਕ ਤੁਰ ਨਹੀਂ ਸਕਦਾ। ਜਦੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਰਹਿੰਦੀ ਹੈ, ਆਰਾਮ ਨਾਲ ਬੰਦਾ ਤੁਰਿਆ ਫਿਰਦਾ, ਕੰਮ ਕਰਦਾ, ਫਿਰ ਉਹ ਕਿਉਂ ਗੋਲੀ ਲਏਗਾ ਫਿਰ? ਔਰ ਇੰਨੇ ਕੁ ਟਾਈਮ ਦੇ ਵਿੱਚ ਦਵਾਈ ਖਾਣ ਤੋਂ ਬਾਅਦ ਉਹ ਸਮਝ ਵੀ ਜਾਂਦਾ ਵੀ ਮੈਨੂੰ ਹੁਣ ਜ਼ਰੂਰਤ ਨਹੀਂ ਦਵਾਈ ਦੀ ਕੋਈ। ਹਾਂਜੀ। ਅੱਛਾ, ਇਹ ਦਵਾਈ ਸਮਝਾ ਜ਼ਰੂਰ ਦਿਓ ਕਿਸ ਤਰੀਕੇ ਦੇ ਨਾਲ ਕਿਵੇਂ ਲੈਣੀ ਹੈ, ਠੰਡੇ ਪਾਣੀ ਦੇ ਨਾਲ ਲੈਣੀ ਹੈ, ਕੋਸੇ ਪਾਣੀ ਦੇ ਨਾਲ ਲੈਣੀ ਹੈ, ਤੇ ਕਿਹੜੀ ਕਿਹੜੀ ਗੱਲਾਂ ਦਾ, ਕਿਹੜੇ ਕਿਹੜੇ ਖਾਣੇ ਦਾ ਪਰਹੇਜ਼ ਰੱਖਣਾ ਹੈ, ਉਹ ਜ਼ਰੂਰ ਦੱਸ ਦਿਓ। ਦੇਖੋ ਅਸੀਂ ਨਾਲ ਮਲਟੀ ਗ੍ਰੇਨ ਆਟਾ ਉਹ ਜਾਣੀ ਕਿ ਚੀਜ਼ਾਂ ਦਿੰਦੇ ਆ, ਉਹ ਤੁਸੀਂ ਪਿਹਾਉਣੀਆਂ ਘਰ ਜਾ ਕੇ ਆ, ਕਿਉਂਕਿ ਇਹ ਪੀਸੀਆਂ ਹੋਈਆਂ ਚੀਜ਼ਾਂ ਜੇ ਜਾਣੀ ਕਿ ਜ਼ਿਆਦਾ ਦੇਰ ਰਹਿ ਜਾਣ, ਜਿਵੇਂ ਜ਼ਿਆਦਾ ਨਹੀਂ ਪਿਹਾਉਣੀਆਂ ਹੁੰਦੀਆਂ, 1 ਮਹੀਨੇ ਦੇ ਵਿੱਚ ਜਿਹੜੀ ਆਪਾਂ ਪਿਹਾਲੀ ਚੀਜ਼ ਖਾਣੀ ਪੈਣੀ ਹੈ। ਇਹ ਨਹੀਂ ਆਟਾ, ਜਿਹੜੀਆਂ ਇਹ ਚੀਜ਼ਾਂ ਦਾ ਆਟਾ ਹੁੰਦਾ, ਇਹ ਖਰਾਬ ਹੋ ਜਾਂਦਾ, ਇਹਨਾਂ ਨੂੰ ਕੀੜਾ ਲੱਗ ਜਾਂਦਾ। ਇਸ ਕਰਕੇ ਉਨਾ ਕੇ ਪਿਹਾਉਣਾ ਅਸੀਂ ਵੀ ਜਿੰਨਾ ਕੁ ਅਸੀਂ 1 ਮਹੀਨੇ ਦੇ ਵਿੱਚ ਖਾ ਲਈਏ। ਇਸ ਕਰਕੇ ਜਿਵੇਂ ਜਿਹੜੀਆਂ ਕੋਧਰਾ ਹੋਇਆ, ਕੰਗਣੀ ਹੋਈ, ਜਵਾਰ, ਬਾਜਰਾ, ਇਹ ਚੀਜ਼ਾਂ ਉੱਦਾਂ ਪਈਆਂ ਰਹਿਣ, ਕੁਛ ਨਹੀਂ ਹੁੰਦਾ ਇਹਨਾਂ ਨੂੰ, ਪਰ ਜੇ ਤੁਸੀਂ ਇਹਨਾਂ ਨੂੰ ਪਿਹਾ ਕੇ ਆਟਾ ਰੱਖ ਲਓਗੇ, ਇਹ 'ਚ ਸੁੰਡੀ ਪੈ ਜਾਏਗੀ। ਇਸ ਕਰਕੇ ਇਹਨਾਂ ਨੂੰ ਉਨਾ ਕੇ ਪਿਹਾਉਣਾ, ਉਨਾ ਕੇ ਖਾਣਾ। ਤੇ ਦੂਜੀ ਗੱਲ ਹੈ ਵੀ ਹਾਂ, ਜਿਵੇਂ ਜਿਹਨਾਂ ਨੂੰ ਜ਼ਿਆਦਾ ਪੁਰਾਣੀ ਸ਼ੂਗਰ ਹੁੰਦੀ ਹੈ, ਉਹਨਾਂ ਨੂੰ ਅਸੀਂ ਭਸਮ ਦਿੰਦੇ ਹਾਂ। ਦੇਖੋ ਕਿੰਨੀ ਕੁ ਹੈ, ਜਿਵੇਂ ਬਸ ਇੱਕ ਚੌਲ ਦੇ 2 ਚੌਲ ਦੇ ਦਾਣੇ ਜਿੰਨੀ ਹੋਊਗੀ, ਜਾਂ 1 ਚੌਲ ਦੇ ਦਾਣੇ ਜਿੰਨੀ ਹੋਊਗੀ, ਬਸ ਇਹ ਦਵਾਈ ਹੈ। ਤੇ ਨਾਲ ਹੋਰ ਥੋੜ੍ਹੀ ਜਿਹੀ ਦਵਾਈ ਹੁੰਦੀ ਹੈ। ਇਹ ਚੀਜ਼ਾਂ ਜਿਨ੍ਹਾਂ ਨੂੰ ਬਹੁਤੀ ਪੁਰਾਣੀ ਸ਼ੂਗਰ, ਉਹਨਾਂ ਲਈ ਇਹ ਹੁੰਦੀ ਹੈ। ਜਿਹੜੀ ਆਮ ਸ਼ੂਗਰ ਹੈ, ਜਾਣੀ ਕਿ ਆਮ ਲੋਕਾਂ ਨੂੰ ਜਿਹੜੀ ਥੋੜ੍ਹੀ ਸ਼ੂਗਰ ਹੈ, ਉਹਦੇ ਲਈ ਤਾਂ ਅਸੀਂ ਬਸ ਥੋੜ੍ਹੀ ਜਿਹੀ ਦਵਾਈ ਦਿੰਦੇ ਹਾਂ। ਬਿਲਕੁਲ ਜਿਵੇਂ 2 ਮਹੀਨੇ ਦਵਾਈ ਖਾ ਲਈ, ਬਸ ਉਸ ਤੋਂ ਬਾਅਦ ਬਿਲਕੁਲ ਠੀਕ। ਅੱਛਾ, ਕੋਈ ਪਰਹੇਜ਼ ਜਿਹੜੇ ਹੁਣ ਵੀ ਦਵਾਈ ਦੇ ਨਾਲ ਪਰਹੇਜ਼ ਜ਼ਰੂਰ ਰੱਖਣੇ ਹੋਣ, ਤਲੀਆਂ ਚੀਜ਼ਾਂ, ਮਿੱਠਾ ਨਹੀਂ ਖਾਣਾ, ਕੁਛ ਐਸੀ ਚੀਜ਼, ਚਾਹ ਨਹੀਂ ਪੀਣੀ, ਉਹ ਚਾਹ ਬੰਦ ਕਰਨੀ ਪੈਂਦੀ ਹੈ, ਇਹ ਜ਼ਰੂਰ ਦੱਸ ਦਿਓ ਪਰਹੇਜ਼। ਨਹੀਂ, ਚਾਹ ਬੰਦ ਕਰਨ ਦਾ ਗੱਲ ਨਹੀਂ ਹੈਗੀ। ਚਾਹ ਮਾੜੀ ਨਹੀਂ ਜਾਣੀ ਕਿ ਇੰਨੀ ਹੁੰਦੀ ਜਿੰਨੀ ਆਪਾਂ ਉਹਦੇ 'ਚ ਚੀਨੀ ਜਿਹੜੀ ਪਾਉਂਦੇ ਆ, ਉਹਦੇ ਨਾਲ ਮਾੜੀ ਬਣ ਜਾਂਦੀ ਹੈ। ਠੀਕ ਹੈ, ਉਹਦੀ ਜਗ੍ਹਾ ਸ਼ੱਕਰ ਵਰਤੋ, ਪੁਰਾਣੀਆਂ ਚੀਜ਼ਾਂ ਦੇ ਉੱਤੇ ਮੁੜ ਕੇ ਆਵਾਂਗੇ, ਗੁੜ ਵਰਤੋ, ਉਹ ਵੀ ਅਸਲੀ ਹੋਣਾ ਚਾਹੀਦਾ। ਅੱਜ ਕੱਲ੍ਹ ਨਹੀਂ, ਕਈ ਘਲਾੜੀਆਂ ਇੱਥੇ ਫੜ ਹੋਈਆਂ ਪਿੱਛੇ ਜੇ ਵੀ, ਹਾਂ ਚੀਨੀਆਂ ਚੀਨੀ ਵੀ ਨਹੀਂ, ਚੀਨੀ ਮਿੱਲ ਦੇ ਵਿੱਚ ਜਿਹੜਾ ਵੇਸਟੇਜ ਹੁੰਦੀ ਹੈ, ਉਹ ਲਿਆ ਕੇ ਪਾ ਕੇ ਉਹਦੇ 'ਤੇ ਮਿੱਠਾ ਬਣਾਉਂਦੇ ਆ, ਉਹ ਬਹੁਤ ਖਤਰਨਾਕ ਹੈ। ਉਹ ਆਮ ਚੀਨੀ ਨਾਲੋਂ ਵੀ ਖਤਰਨਾਕ ਹੁੰਦਾ ਉਹ। ਠੀਕ ਹੈ। ਇਸ ਕਰਕੇ ਜਿਹੜੀਆਂ ਦੇਸੀ ਘਲਾੜੀਆਂ ਆਪਣੇ ਲੋਕਲ ਪੰਜਾਬੀ ਜਿਹੜੇ ਉਹ ਬਣਾਉਂਦੇ ਆ, ਜਿਹੜੀ ਉਹ ਗੁੜ ਵਰਤੋ, ਚਾਹੇ ਮਹਿੰਗਾ ਮਿਲਦਾ, ਪਰ ਉਹ ਇੱਕ ਦਵਾਈ ਹੈ। ਠੀਕ ਹੈ। ਹਾਂ, ਤੇ ਦੂਜੀ ਗੱਲ ਇਹ ਹੈ ਵੀ ਤੁਸੀਂ ਰੋਟੀ ਬਦਲੋ, ਆਪਣੀ ਚੇਂਜ ਕਰ ਲਓ, ਰੋਟੀ ਨੋਰਮਲ ਉੱਦਾਂ ਖਾਣ ਲੱਗੋ ਜਿਵੇਂ ਪਹਿਲਾਂ ਖਾਂਦੇ ਤੇ। ਅੱਗੇ ਤਾਂ ਦੇਖ ਤਾਰਾਂ ਮੀਰਾ ਜਾਣੀ ਕਿ ਸੂਹ ਹੈ ਜਿਹੜੀ, ਉਹਦੇ ਸੂਹ ਦੇ ਪੱਤੇ ਉਹ ਵੀ ਰੋਟੀ ਦੇ ਵਿੱਚ ਪਾਏ ਜਾਂਦੇ ਸੀ, ਮੇਥੇ ਪਾਏ ਜਾਂਦੇ ਸੀ। ਉਹ ਚੀਜ਼ਾਂ ਦਵਾਈ ਹੈ ਇੱਕ। ਜਿੱਦਾਂ ਪਹਿਲਾਂ ਮਾਤਾ ਸਾਡੀਆਂ ਮਾਈਆਂ ਅਚਾਰ ਬਣਾਉਂਦੀਆਂ ਸੀ, ਅਚਾਰ ਦੇ ਵਿੱਚ ਮੇਥੀ ਪਾਉਂਦੀਆਂ ਤੇ ਮੇਥੇ ਪਾਉਂਦੀਆਂ ਤੀਆਂ, ਹੈ ਕਿੰਨੀਆਂ ਚੀਜ਼ਾਂ ਪਾਈਆਂ ਜਾਂਦੀਆਂ ਤੀਆਂ, ਉਹ ਸਭ ਇੱਕ ਦਵਾਈ ਬਣ ਜਾਂਦੀ ਸੀ। ਪਰ ਅੱਜ ਜਿਹੜਾ ਅਚਾਰ ਹੈ ਉਹ ਇੱਕ ਰੈਡੀਮੇਡ ਆ ਗਿਆ, ਤੇ ਉਹ
ਤੇਜ਼ਾਬ ਜਿਹਾ ਪਾਉਂਦੇ ਆ ਕੋਈ, ਬਸ ਜਦੇ ਤਿਆਰ ਹੈ। ਆਪਣੇ ਪਹਿਲਾਂ ਸਾਲ ਲੱਗ ਜਾਂਦੇ ਤੇ ਚਾਰ ਬਣ 6 ਮਹੀਨੇ ਤੋਂ ਸਾਲ ਲੱਗ ਜਾਂਦਾ ਸੀ। ਅੱਜ ਕੱਲ੍ਹ ਹਫ਼ਤੇ ਦੇ ਵਿੱਚ ਚਾਰ ਬਣ ਕੇ ਤਿਆਰ ਹੋ ਜਾਂਦਾ ਔਰ ਟੇਸਟੀ ਜ਼ਿਆਦਾ ਹੁੰਦਾ। ਸਾਨੂੰ ਉਹ ਚੀਜ਼ਾਂ ਚੰਗੀਆਂ ਲੱਗਣ ਲੱਗ ਗਈਆਂ, ਇਸ ਕਰਕੇ ਅਸੀਂ ਹਾਂ ਇੱਥੇ ਤੱਕ ਪਹੁੰਚੇ ਹਾਂ। ਅੱਛਾ, ਦਰਸ਼ਕ ਹੁਣ ਵੇਟ ਕਰ ਰਹੇ ਨੇ ਤੁਹਾਡੇ ਐਡਰੈਸ ਦਾ। ਆਪਣਾ ਪ੍ਰੋਪਰ ਐਡਰੈਸ ਜ਼ਰੂਰ ਸਮਝਾ ਦਿਓ, ਟਾਈਮਿੰਗਸ ਕੀ ਨੇ ਇਹ ਵੀ ਦੱਸ ਦਿਓ, ਕਿਹੜੇ ਕਿਹੜੇ ਦਿਨ ਖੁੱਲ੍ਹਾ ਇਹ ਵੀ ਦੱਸ ਦਿਓ। ਸਾਡਾ ਹਫ਼ਤੇ 'ਚ 7 ਦਿਨ ਖੁੱਲ੍ਹਾ ਹੁੰਦਾ। ਠੀਕ ਹੈ। 10 ਤੋਂ 5 ਵਜੇ ਤੱਕ ਹੁੰਦੇ ਅਸੀਂ ਜੀ। ਤੇ ਐਤਵਾਰ ਨੂੰ ਥੋੜ੍ਹਾ ਜਲਦੀ ਚਲੇ ਜਾਂਦੇ ਹਾਂ, ਨਹੀਂ ਅਸੀਂ 10 ਤੋਂ 5 ਵਜੇ ਤੱਕ ਹਰ ਰੋਜ਼ ਹੁੰਦੇ ਹਾਂ। ਤੇ ਸਾਡਾ ਜਿਹੜਾ ਇਹ ਹੈ ਘੜੂਆਂ ਤੇ ਖਰੜ ਦੇ ਵਿਚਾਲੇ ਹੈ। ਘੜੂਏ ਤੋਂ ਤਾਂ 500 ਮੀਟਰ ਦੂਰੇ ਹੋਏਗਾ। ਚੰਡੀਗੜ੍ਹ ਯੂਨੀਵਰਸਿਟੀ ਹੈ, CU ਕਹਿੰਦੇ ਆ ਜਿਹਨੂੰ, ਉਹਦੇ 2 ਨੰਬਰ ਗੇਟ ਤੇ ਨਾਲ ਬਿਲਕੁਲ ਨਾ ਇੱਕ ਬ੍ਰਿਜ ਬਣਿਆ ਹੋਇਆ ਸੜਕ ਦੇ ਵਿੱਚ, ਲੋਹੇ ਦਾ ਜਿਹੜਾ ਪੈਦਲ ਜਾਣ ਵਾਸਤੇ ਬ੍ਰਿਜ ਹੈ, ਕ੍ਰਾਸ ਕਰਨ ਵਾਸਤੇ ਸੜਕ। ਉੱਥੇ ਖੜ੍ਹ ਕੇ ਦੇਖੋਗੇ, ਉਹਦੇ ਉੱਤੇ ਵੀ ਬੋਰਡ ਲੱਗੇ ਆ ਸਾਡੇ। ਉਹਤੇ ਖੜ੍ਹ ਕੇ ਜੇ ਤੁਸੀਂ ਲੁਧਿਆਣੇ ਵੱਲੋਂ ਆਉਂਦੇ ਆ, ਉਹ ਤੋਂ ਖੜ੍ਹ ਕੇ ਸੱਜੇ ਪਾਸੇ ਦੇਖੋਗੇ, ਤੁਹਾਨੂੰ ਸਾਹਮਣੇ ਦੁੱਖ ਨਿਵਾਰਨ ਦਵਾਖਾਨਾ ਲਿਖਿਆ ਦਿਖ ਜਾਏਗਾ। ਬੜਾ ਸੌਖਾ ਲੱਭਣਾ। ਤੇ ਇਹ ਆਪਣੇ ਖਰੜ ਤੋਂ ਆਟੋ ਚੱਲਦੇ ਆ, ਮਰਿੰਡੇ ਤੋਂ ਵੀ ਆਟੋ ਚੱਲਦੇ ਆ। ਹਾਂ, ਹਰ ਵੇਲੇ ਚੱਲਦੇ ਰਹਿੰਦੇ ਆ। ਉਹ 5-5 ਮਿੰਟ ਬਾਅਦ ਆਟੋ ਆਉਂਦੇ ਆ। ਹਰ ਬੱਸ ਇੱਥੇ ਖੜ੍ਹ ਕੇ ਜਾਂਦੀ ਹੈ। ਇੱਥੇ ਆਉਣਾ ਬੜਾ ਸੌਖਾ, ਕੋਈ ਪ੍ਰੋਬਲਮ ਨਹੀਂ ਹੈ। ਅੱਛਾ, ਆਖਰ ਦੇ ਵਿੱਚ ਸੰਪਰਕ ਨੰਬਰ ਦੀ ਵੇਟ ਕਰ ਰਹੇ ਨੇ ਦਰਸ਼ਕ, ਉਹ ਜ਼ਰੂਰ ਦੱਸ ਦਿਓ। ਸੰਪਰਕ ਨੰਬਰ ਤੁਸੀਂ ਉਹਦੇ ਤੇ ਦਿਖਾਏ ਦਿਓ। ਠੀਕ ਹੈ ਜੀ, ਤੁਹਾਨੂੰ ਅਸੀਂ ਨੰਬਰ ਦੇ ਦਿੰਦੇ ਹਾਂ, ਤੁਸੀਂ ਉਹਦੇ ਤੇ ਦਿਖਾ ਦਿਓ ਸੰਪਰਕ ਨੰਬਰ। ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਹ ਦਵਾਈ ਜਿਹੜੀ ਇੱਥੇ ਪਈ ਹੈ ਨਾ, ਇਹ ਸਾਰੀ ਜੜੀਆਂ ਬੂਟੀਆਂ ਨੇ। ਜੇ ਮੈਨੂੰ ਮੈਂ ਗੱਲ ਕਰਾਂ ਤਾਂ ਮੈਨੂੰ ਵੀ ਨਹੀਂ ਸੀ ਪਤਾ ਵੀ ਇਹਨੂੰ ਕਹਿੰਦੇ ਕੀ ਨੇ, ਇਸ ਮਿਲਟ ਨੂੰ ਕਹਿੰਦੇ ਕੀ ਨੇ। ਪਰ ਇਹਦੇ ਫਾਇਦੇ ਇੰਨੇ ਕੁ ਜ਼ਿਆਦਾ ਨੇ ਕਿ ਆਮ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਨਹੀਂ ਅੱਜ ਕੱਲ੍ਹ, ਪਹਿਲਾਂ ਹੁੰਦੀ ਸੀ। ਪਰ 5 ਸਟਾਰ 7 ਸਟਾਰ ਹੋਟਲਾਂ ਦੇ ਵਿੱਚ ਅੱਜ ਕੱਲ੍ਹ ਇਹ ਮਿਰੇਕਲ ਫੂਡ ਕਹਿ ਕੇ ਵੇਚੀ ਜਾਂਦੀ ਹੈ। ਤੇ ਇਹਦਾ ਬੜਾ ਮੋਟੀ ਰਕਮ ਜਿਹੜੀ ਇਹਦੀ ਲੈ ਕੇ ਗ੍ਰਾਹਕਾਂ ਤੋਂ ਜਿਹੜੀ ਵਸੂਲੀ ਜਾਂਦੀ ਹੈ, ਫਿਰ ਉਹਨੂੰ ਆ ਦਿੱਤੀ ਜਾਂਦੀ ਹੈ। ਜਿਹੜੀ ਚੀਜ਼ਾਂ ਸਾਡੇ ਖੇਤਾਂ ਦੇ ਵਿੱਚ ਹੁੰਦੀਆਂ ਸੀਗੀਆਂ, ਉਹਨਾਂ ਨੂੰ ਸਾਨੂੰ ਹੀ ਵੇਚਿਆ ਜਾ ਰਿਹਾ ਹੈ ਬੜੇ ਮੋਟੇ ਦਾਮ 'ਤੇ। ਕਿਵੇਂ? ਬਿਮਾਰੀਆਂ ਘਟਾਉਣ ਦੇ ਬਾਰੇ। ਤੇ ਅਸੀਂ ਬੜੇ ਲੱਖਾਂ ਰੁਪਏ ਦੇ ਕੇ ਵੀ ਉਹ ਚੀਜ਼ਾਂ ਬੜੇ ਹੱਸ ਕੇ ਖਰੀਦਦੇ ਹਾਂ ਤੇ ਬੜੇ ਸ਼ੌਂਕ ਨਾਲ ਦੱਸਦੇ ਹਾਂ ਇਸ ਤਾਂ ਅਸੀਂ ਇੰਨੀ ਮਹਿੰਗੀ ਚੀਜ਼, ਇੰਨੀ ਮਹਿੰਗੀ ਦਵਾਈ ਹੈ, ਇੰਨੀ ਮਹਿੰਗਾ ਫੂਡ ਜਿਹੜਾ ਅਸੀਂ ਖਾਣਾ ਜਿਹੜਾ ਆ ਇਸ ਹੋਟਲ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਨਾਲ ਖਾ ਕੇ ਆਏ। ਪਰ ਮੈਨੂੰ ਲੱਗਦਾ ਹੈ ਇਹ ਵੀਡੀਓ ਤੁਹਾਡੇ ਵਾਸਤੇ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਹੋ ਸਕਦਾ, ਤੁਹਾਡੇ ਰਿਸ਼ਤੇਦਾਰੀ ਦੇ ਵਿੱਚ, ਤੁਹਾਡੇ ਆਂਢ ਗੁਆਂਢ ਦੇ ਵਿੱਚ, ਤੁਹਾਡੇ ਚਾਹਣ ਵਾਲਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ। ਤੁਸੀਂ ਸ਼ੇਅਰ ਕਰ ਦੋਗੇ, ਹੋ ਸਕਦਾ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਦਵਾਈ ਮੰਗਾਈ ਤਾਂ ਜਦੋਂ ਫਰਕ ਪਊਗਾ ਤਾਂ ਕਿੰਨੀਆਂ ਦੁਆਵਾਂ ਤੁਹਾਨੂੰ ਦੇਣਗੇ, ਸਾਨੂੰ ਦੇਣਗੇ, ਤੁਸੀਂ ਸੋਚ ਨਹੀਂ ਸਕਦੇ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਸੰਪਰਕ ਨੰਬਰ ਤਾਂ ਟੀਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਇਹਨਾਂ 'ਤੇ ਸੰਪਰਕ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ। ਧੰਨਵਾਦ।